ਬਠਿੰਡਾ ਦੇ ਕਾਲਚਰਾਨੀ ਦੇ ਵਿੱਚ ਪੁਲਿਸ ਪਾਰਟੀ ਤੇ ਲੁਟੇਰਿਆਂ ਨੇ ਕੀਤਾ ਹਮਲਾ। ਇੱਕ ਪੁਲਿਸ ਕਰਮੀ ਦਾ ਵੱਢਿਆ ਹੱਥ। ਲੁੱਟ ਖੋਹ ਕਰਕੇ ਭੱਜ ਰਹੇ ਲੁਟੇਰੇ ਕਾਬੂ, ਇੱਕ ਹੋਇਆ ਫਰਾਰ। ਬਰਨਾਲਾ ਦੇ ਵਿੱਚ ਲੁਟੇਰਿਆਂ ਨੇ ਘਰ 'ਚ ਵੜ ਕੇ ਮਹਿਲਾ ਦਾ ਕੀਤਾ ਕਤਲ, ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ। ਸੀਸੀਟੀਵੀ 'ਚ ਕੈਦ ਹੋਏ ਲੁਟੇਰੇ। ਚੰਡੀਗੜ੍ਹ ਸ਼ਿਮਲਾ ਨੈਸ਼ਨਲ ਹਾਈਵੇ 2 ਦਿਨਾਂ ਦੇ ਲਈ ਬੰਦ। ਭਾਰੀ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ 50 ਮੀਟਰ ਸੜਕ ਟੁੱਟੀ। ਟ੍ਰੈਫਿਕ ਡਾਇਵਰਟ। ਸ਼ਿਮਲਾ ਜਾਣ ਲਈ ਪਰਵਾਣੂ ਤੋਂ ਜੰਗੇਸ਼ੂ ਰੂਟ ਦਾ ਕਰਨਾ ਹੋਏਗਾ ਇਸਤੇਮਾਲ। ਪਾਕਿਸਤਾਨ ਨੇ ਫਿਲਹਾਲ ਨਹੀਂ ਸੌਂਪੇ ਲੁਧਿਆਣਾ ਦੇ ਦੋਵੇਂ ਨੌਜਵਾਨ। ਹੜ੍ਹ ਦੇ ਪਾਣੀ ਦੇ ਵਿੱਚ ਰੁੜ ਕੇ ਪਹੁੰਚ ਗਏ ਸਨ ਪਾਕਿਸਤਾਨ। ਹੁਸੈਨੀਵਾਲਾ ਬਾਰਡਰ ਤੇ ਇੰਤਜ਼ਾਰ ਕਰਕੇ ਨਿਰਾਸ਼ ਪਰਤੇ ਪਰਿਵਾਰ। ਹੁਸ਼ਿਆਰਪੁਰ 'ਚ ਥਾਰ ਦੀ ਬੋਨਟ ਤੇ ਬੈਠ ਕੇ ਜਸ਼ਨ ਮਨਾਉਣ ਵਾਲੀ ਲੜਕੀ ਤੇ ਪੁਲਿਸ ਦਾ ਐਕਸ਼ਨ। ਪੁਲਿਸ ਨੇ ਥਾਰ ਨੂੰ ਕਬਜ਼ੇ 'ਚ ਲਿਆ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਚਲਾਨ ਵੀ ਕੱਟਿਆ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਪਤਨੀ ਸੋਫੀ ਤੋਂ ਅਲੱਗ ਹੋਣ ਦਾ ਕੀਤਾ ਐਲਾਨ। ਵਿਆਹ ਦੇ 18 ਸਾਲ ਬਾਅਦ ਜੁਦਾ ਹੋ ਰਹੀਆਂ ਰਾਹਾਂ। ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ। सत श्री अकाल, मैं अर्शदीप संधू न्यूज़ 18 पंजाब देख रहे दर्शकों का स्वागत है। शुरुआत एक वड्डी खबर के नाल करते हैं। हरियाणा के नूह च पिछले दिनी जो हिंसा हुई उसका पंजाब के नाल भी कनैक्शन जुड़ रहा है। जांच दे विच सामने आया कि नूह हिंसा दे विच एक पंजाब नंबर की कार शामिल सी जो दंगाइयां नूं लीड कर रही सी। हरियाणा पुलिस की जांच दे विच खुलासा होया है। ਇਹ ਕਾਰ ਮਾਨਸਾ ਜ਼ਿਲ੍ਹੇ ਦੇ ਵਿੱਚ ਰਜਿਸਟਰਡ ਹੈ। ਨਿਰਮਲ ਸਿੰਘ ਨਾਂ ਦੇ ਸ਼ਖਸ ਦੀ ਇਹ ਕਾਰ ਹੈ ਤੇ ਹੁਣ ਕਾਰ ਮਾਲਕ ਤੋਂ ਵੀ ਸਵਾਲ ਜਵਾਬ ਕੀਤੇ ਜਾਣਗੇ। ਹਰਿਆਣਾ ਦੇ ਨੂਹ ਦੇ ਵਿੱਚ ਪਿਛਲੇ ਦਿਨੀ ਹਿੰਸਾ ਹੋਈ। 2 ਭਾਈਚਾਰਿਆਂ ਦੇ ਵਿਚਾਲੇ ਹਿੰਸਾ ਹੋਈ। 2 ਹੋਮਗਾਰਡ ਜਵਾਨਾਂ ਸਣੇ 6 ਲੋਕਾਂ ਦੀ ਜਾਨ ਚਲੀ ਗਈ ਹੈ। ਕਈ ਸਾਰੇ ਵਾਹਨ ਸਾੜ ਦਿੱਤੇ ਗਏ। ਪੁਲਿਸ ਦੇ ਉੱਤੇ ਵੀ ਹਮਲਾ ਕੀਤਾ ਗਿਆ। ਕਈ ਪੁਲਿਸ ਕਰਮੀ ਜ਼ਖਮੀ ਹੋਏ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਦਾ ਵੀ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਹਰਿਆਣਾ ਪੁਲਿਸ ਦੀ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਨੂਹ ਹਿੰਸਾ ਦੇ ਵਿੱਚ एक पंजाब नंबर की कार शामिल सी ते ओह दंगाइयां नूं ਇਹ ਕਾਰ लीड कर रही सी। ਇਹ ਕਾਰ मानसा ਜ਼ਿਲ੍ਹੇ ਦੇ ਵਿੱਚ ਰਜਿਸਟਰਡ ਹੈ ਤੇ ਹੁਣ ਕਾਰ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ। ਸਵਾਲ ਜਵਾਬ ਕੀਤੇ ਜਾਣਗੇ। ਤਾਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਅਜੇ ਵੀ ਨੂਹ ਦੇ ਵਿੱਚ ਤਣਾਅਪੂਰਨ ਮਾਹੌਲ ਹੈ। ਕਈ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ अलर्ट है। फ्लैग मार्च किए जा रहे हैं। शांति बहाल करने की कोशिश हो रही है। मेरे सहयोगी मनोज राठी इस वेले लाइव जुड़े ने। मनोज, पंजाब का कनैक्शन सामने आ रहा है कि कुछ होर इस ते जानकारी की कोई वीडियो सामने आईयां ने की कुछ जांच हुई है? बिल्कुल अर्शदीप, जिद्दां तुसीं भी जिक्र किया कि हुण लगातार ये जिहड़े भी चीज़ां होई हैं, जिहड़े भी दंगे होए हैं 2 भाईचारे विच आपस जिहड़ा जिस तरह दा चीज़ां होई हैं, काफ़ी नुकसान भी होया है, लोकां दी जान भी गई है। लेकिन हुण डीपली इहदे विच इन्वेस्टिगेशन की जा रही है ਤੇ ਜਿਹੜੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਹੈ। ਲਗਾਤਾਰ ਜਿਹੜੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਪੁਲਿਸ ਹੁਣ ਇਨਵੈਸਟੀਗੇਟ ਕਰ ਰਹੀ ਹੈ ਕਿ ਆਖਿਰ ਹੋਇਆ ਕੀ ਸੀ, ਕਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਕਿਸ ਤਰ੍ਹਾਂ ਹਮਲਾ ਹੋਇਆ, ਕਿਹੜੇ ਧਿਰ ਨੇ ਇਹ ਹਮਲਾ ਕੀਤਾ, ਹੋਰ ਕਿਹੜੇ ਲੋਕ ਸ਼ਾਮਿਲ ਸੀਗੇ। ਤੇ ਹੁਣ ਕਈ ਚੀਜ਼ਾਂ ਇਹਦੇ ਵਿੱਚ ਖੁਲਾਸਾ ਹੋ ਰਿਹਾ ਹੈ। ਕਈ ਨੰਬਰ ਦੀ ਗੱਡੀਆਂ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਵੀਡੀਓ ਜਿਹੜੀ ਕਢਾਈ ਗਈ ਹੈ ਜਿਹਦੇ ਵਿੱਚ ਪੰਜਾਬ ਨੰਬਰ ਇੱਕ ਗੱਡੀ हुंडई वेन्यू गड्डी दसी जा रही है, वाइट नंबर। और हैरान कर देने वाली गल है कि वो मानसा नंबर रजिस्टर्ड हैगी है PB 31W। ये गड्डी मानसा दी है ते ये हुण तक दी जेडे पुलिस सोर्स सानू जानकारी दे रहे हैं कि यही गड्डी एक समुदाय दे लोकां नू लीड कर रही सी, यानी कि यही गड्डी ते बह के आगे लीड हो रही सी। ये सब तो आगे गड्डी सी और उस तो बाद आगे जिहड़ी भी बाद च हिंसा हुई, बाद च लड़ाई झगड़ा होया, आपस च जिहड़ी भी चीज़ां हुई, कितना नुकसान होया, लगातार असीं कवरेज कर रहे हैं। लेकिन ये पंजाब नंबर गड्डी जिहड़ी लीड कर रही सी, जिहड़े पुलिस सोर्सिस सानू जानकारी दे रहे हैं, क्योंकि हुण पॉइंट टू पॉइंट सारी गड्डियां जिहड़ी गड्डी ਉਹਦੇ ਵਿੱਚ शामिल सी, दंगे ਜਿਹੜੇ ਵੀ ਕਰ ਰਹੇ ਸੀਗੇ, ਜਿਹੜੇ ਵੀ ਉੱਥੇ ਜਾ ਕੇ ਉੱਥੇ ਹਮਲਾ ਕੀਤਾ ਜਾਂ ਫਿਰ ਹੋਰ ਵੀ ਚੀਜ਼ਾਂ ਦੀ ਤੋੜ-ਫੋੜ ਕੀਤੀ ਹੈ, ਉਹਨਾਂ ਦੀ ਜਿਹੜੀ ਗੱਡੀਆਂ ਸੀ, ਕੌਣ ਕਿਤੇ ਗੱਡੀਆਂ ਤੇ ਆਏ ਸੀ, ਕੌਣ ਲੀਡ ਕਰ ਰਿਹਾ ਸੀਗਾ, ਹੁਣ ਉਹਦੇ ਤੇ ਡੀਪਲੀ ਇਨਵੈਸਟੀਗੇਸ਼ਨ ਕਰ ਰਹੀ ਹੈ। ਕਿਉਂਕਿ ਕੱਲ ਵੀ ਮੁੱਖ ਮੰਤਰੀ ਹਰਿਆਣਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ, DGP ਹਰਿਆਣਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੇ ਵਿੱਚ ਇੱਕ ਪੁਆਇੰਟ ਤੇ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ। ਇੱਕ ਪੁਆਇੰਟ ਤੇ ਭਾਈਚਾਰੇ ਨੂੰ ਅਸੀਂ ਬਿਲਕੁਲ ਵੀ ਉਹ ਨਹੀਂ ਹੋਣ ਦੇਵਾਂਗੇ, ਲਾਅ ਐਂਡ ਆਰਡਰ ਨੂੰ ਬਿਲਕੁਲ ਬ੍ਰੇਕ ਨਹੀਂ ਹੋਣ ਦੇਣਗੇ। ਹਾਲਾਂਕਿ ਹੁਣ ਹਾਲਾਤ ਜਿਹੜੇ ਹੈ ਉਹ ਬਿਲਕੁਲ ਠੀਕ ਹੈ। ਜਿਹੜੀ ਜਾਣਕਾਰੀ ਪੁਲਿਸ ਅਫਸਰਾਂ ਨੇ ਦਿੱਤੀ ਹੈ, ਪੂਰਾ ਲਾਅ ਐਂਡ ਆਰਡਰ ਲੱਗਿਆ ਹੋਇਆ, ਪੂਰਾ ਲਾਅ ਐਂਡ ਆਰਡਰ ਮੇਨਟੇਨ ਦੀ ਗੱਲ ਕੀਤੀ ਗਈ ਹੈ। ਲੇਕਿਨ ਹੁਣ ਇਨਵੈਸਟੀਗੇਸ਼ਨ 'ਚ ਬਹੁਤ ਵੱਡੇ ਖੁਲਾਸੇ ਸਾਹਮਣੇ ਆ ਰਹੇ ਕਿ ਪੰਜਾਬ ਨੰਬਰ ਗੱਡੀਆਂ ਜਾਂ ਪੰਜਾਬ ਨੰਬਰ ਵੀ ਗੱਡੀ ਹੈਗੀ ਹੈ, ਉਹਦੇ ਵਿੱਚ ਦਿੱਲੀ ਨੰਬਰ ਵੀ ਗੱਡੀ ਹੈਗੀ ਹੈ,
ਕਈ ਇਸ ਤਰ੍ਹਾਂ ਦੀ ਗੱਡੀਆਂ ਨੂੰ ਵੈਰੀਫਾਈ ਕਰਕੇ ਪੁਆਇੰਟ ਆਊਟ ਕਰਕੇ ਹੁਣ ਉਹਨਾਂ ਦੀ ਲਿਸਟ ਤਿਆਰ ਕੀਤੀ ਹੈ। ਉਹਨਾਂ ਦੇ ਜਿਹੜੇ ਨੰਬਰ ਹੈ ਉਹਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਜਿਹੜੇ ਗੱਡੀ ਓਨਰ ਨੇ ਉਹਨਾਂ ਨੂੰ ਹੁਣ ਪੁੱਛਗਿੱਛ ਹੋਏਗੀ ਕਿ ਤੁਹਾਡੀ ਗੱਡੀ ਉੱਥੇ ਉਸ ਟਾਈਮ 'ਚ ਉਸ ਸਮੇਂ 'ਚ ਉਸ ਦਿਨ ਉੱਥੇ ਮੌਜੂਦ ਸੀ, ਗੱਡੀ ਕੌਣ ਡਰਾਈਵ ਕਰ ਰਿਹਾ ਸੀਗਾ, ਉੱਥੇ ਗੱਡੀ ਕਿਸ ਤਰ੍ਹਾਂ ਪਹੁੰਚੀ, ਉੱਥੇ ਕਰਨ ਕੀ ਗਈ ਸੀ। ਇਹ ਬਹੁਤ ਸਾਰੇ ਕੁਐਸਚਨਸ ਨੇ। ਹੁਣ ਇਹ ਹਰਿਆਣਾ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅੱਜ ਵੀ ਬਹੁਤ ਨੁਕਸਾਨ ਹੋਇਆ ਹੈ। 6 ਲੋਕਾਂ ਦੀ ਇਹਦੇ ਵਿੱਚ ਮੌਤ ਹੋਈ ਹੈ ਔਰ ਜਿਸ ਤਰ੍ਹਾਂ ਲਾਅ ਐਂਡ ਆਰਡਰ ਡਿਸਟਰਬ ਹੋਇਆ ਹੈ, ਇਸ ਕਰਕੇ ਹੁਣ ਪੁਲਿਸ ਦਾ ਬਹੁਤ ਹੀ ਕਲੀਅਰ ਪੁਆਇੰਟ ਕਹਿਣਾ ਹੈ ਕਿ ਇੱਕ ਪੁਆਇੰਟ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜਿਹੜੇ ਵੀ ਦੋਸ਼ੀ ਹੋਣਗੇ ਇਹਦੇ ਵਿੱਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਹੋਏਗੀ। ਮਾਮਲੇ ਵੀ ਲਗਾਤਾਰ ਕਈ ਮਾਮਲੇ ਦਰਜ ਹੋ ਚੁੱਕੇ ਨੇ ਇਹਦੇ ਵਿੱਚ, ਜਿਹੜੀ ਜਾਣਕਾਰੀ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਦਿੱਤੀ ਗਈ ਹੈ। ਲੇਕਿਨ ਪੰਜਾਬ ਦਾ ਕਨੈਕਸ਼ਨ, ਮਾਨਸਾ ਦਾ ਕਨੈਕਸ਼ਨ ਇੱਥੇ ਆਣਾ ਔਰ ਉਹ ਵੀ ਉਹੀ ਗੱਡੀ, ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਕਿ ਸਭ ਤੋਂ ਅੱਗੇ ਗੱਡੀ ਸੀ ਔਰ ਇਹੀ ਗੱਡੀ ਲੀਡ ਕਰ ਰਹੀ ਸੀ, ਯਾਨੀ ਕਿ ਇਸ ਗੱਡੀ ਦੇ ਨਾਲ ਹੋਰ ਕੌਣ ਲੋਕ ਸੀ ਜਿਹਦੀ ਗੱਡੀ ਹੈਗੀ ਹੈ ਉਹ ਉੱਥੇ ਮੌਜੂਦ ਸੀਗਾ ਜਾਂ ਨਹੀਂ ਸੀਗਾ। ਇਹ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਮਾਨਸਾ ਦਾ ਨੰਬਰ PB31 ਮਾਨਸਾ ਦਾ ਨੰਬਰ, ਉਹ ਗੱਡੀ ਉੱਥੇ ਕਿਆ ਕਰ ਰਹੀ ਸੀਗੀ, ਸਭ ਤੋਂ ਪਹਿਲਾ ਸਵਾਲ। ਦੂਜਾ ਸਵਾਲ, ਇਹ ਗੱਡੀ ਉੱਥੇ ਲੀਡ ਕਰ ਰਹੀ ਸੀਗੀ, ਜਿਹੜੇ ਦੂਜੇ ਸਮੁਦਾਇ ਦੇ ਲੋਕ ਸੀਗੇ, ਸਭ ਤੋਂ ਅੱਗੇ ਇਹ ਗੱਡੀ ਸੀਗੀ। ਤਾਂ ਬਹੁਤ ਸਾਰੀ ਚੀਜ਼ਾਂ ਦਾ ਹੁਣ ਸਵਾਲ ਜਵਾਬ ਕਰਨੇ ਬਾਕੀ ਹੈ ਕਿ ਆਖਿਰ ਇਹ ਜਿਹੜੀ ਵੀ ਗੱਡੀਆਂ ਪੁਆਇੰਟ ਆਊਟ ਕੀਤੀ ਹੈ ਪੁਲਿਸ ਨੇ, ਜਿਹੜੀ ਵੀ ਵੈਰੀਫਾਈ ਕੀਤੀ ਹੈ, ਜਿਨ੍ਹਾਂ ਦੇ ਨੰਬਰ ਲਿਸਟ ਆਊਟ ਕੀਤੇ, ਜਿਨ੍ਹਾਂ ਦੇ ਨੰਬਰ ਵੈਰੀਫਾਈ ਕਰਕੇ RTO ਡਿਪਾਰਟਮੈਂਟ ਤੋਂ, RLA ਡਿਪਾਰਟਮੈਂਟ ਤੋਂ ਜਿਹੜੀ ਗੱਡੀਆਂ ਦੇ ਨੰਬਰ ਲਿਖਾਏ ਗਏ ਹੈ, ਉਹ ਸਾਰਿਆਂ ਦੀ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਆਖਿਰ ਇਹ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਹੈ, ਇਹ ਕੋਈ ਵੱਡੀ ਕਿਸੇ ਤਰ੍ਹਾਂ ਦੀ ਕੋਈ ਪੂਰੀ ਸਾਜ਼ਿਸ਼ ਦਾ ਕੋਈ ਮਾਸਟਰਮਾਈਂਡ ਤਾਂ ਨਹੀਂ ਹੈ। ਕਿਉਂਕਿ ਦੇਖੋ ਇੱਕ ਪੁਆਇੰਟ ਤੇ ਇਨਵੈਸਟੀਗੇਸ਼ਨ ਤਾਂ ਸ਼ੁਰੂ ਹੋ ਚੁੱਕੀ ਹੈ ਔਰ ਦੂਜੇ ਸਟੇਟ ਦੀ ਜਿਹੜੀ ਵੀ ਗੱਡੀਆਂ ਸੀ, ਜਿਹੜੇ ਵੀ ਹੋਰ ਉੱਥੇ ਜਿਹੜੇ ਵੀ ਲੋਕਾਂ ਨੂੰ ਪੁਆਇੰਟ ਆਊਟ ਕੀਤਾ ਜਾ ਰਿਹਾ, CCTV ਦੀ ਮਦਦ ਨਾਲ ਜਿਹੜੀ ਵੀ ਵੀਡੀਓਗ੍ਰਾਫੀ ਹੋਈ ਹੈ, ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਪੁਲਿਸ ਦਾ ਜਿਹੜਾ CID ਵਿੰਗ ਹੈ, ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈ, ਪੁਲਿਸ ਦਾ ਜਿਹੜਾ ਆਪਰੇਸ਼ਨ ਸੈੱਲ ਹੈ, ਉਹ ਉਹਦੇ ਵਿੱਚ ਲੱਗਿਆ ਹੋਇਆ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਦੇ ਨਾਲ ਇਹਦੇ ਵਿੱਚ ਦੂਜੇ ਸਟੇਟ ਦੀ ਜਿਹੜੀ ਪੁਲਿਸ ਹੈ ਉਹ ਵੀ ਹੁਣ ਮਦਦ ਕਰ ਰਹੀ ਹੈ। ਜਿਹੜੀ ਸਾਡੀ ਲਗਾਤਾਰ ਅਧਿਕਾਰੀਆਂ ਨਾਲ ਗੱਲਬਾਤ ਹੋ ਰਹੀ ਹੈ, ਪੰਜਾਬ ਪੁਲਿਸ ਵੀ ਇਹਦੇ ਵਿੱਚ ਮਦਦ ਕਰਨ ਦੀ ਪੂਰੀ ਜਿਹੜੀ ਹੈਗੀ ਹੈ ਕੰਮ ਕਰ ਰਹੀ ਹੈ। ਦੂਜੇ ਸਟੇਟ ਜਿਹੜੇ ਨਾਲ ਲੱਗਦੇ ਹੈ ਉਹਨਾਂ ਦੀ ਵੀ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਹਾਲਾਂਕਿ ਸੈਂਟਰਲ ਏਜੰਸੀਆਂ ਵੀ ਲਗਾਤਾਰ ਇਹਦੇ ਵਿੱਚ ਲੱਗੀ ਹੋਈ ਹੈ, ਐਕਸਟਰਾ ਪੈਰਾਮਿਲਟਰੀ ਫੋਰਸਿਸ ਵੀ ਉੱਥੇ ਲਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਨਾ ਬ੍ਰੇਕ ਹੋਵੇ। ਲੇਕਿਨ ਦੂਜੇ ਪਾਸੇ ਇਹ ਚੀਜ਼ਾਂ ਆਖਿਰ ਹੋਈ ਕਿਉਂ? ਇਹ ਬਹੁਤ ਵੱਡਾ ਸਵਾਲ ਹੈ, ਇਹ ਬਹੁਤ ਵੱਡਾ ਕੁਐਸਚਨ ਹੈ ਕਿ ਆਖਿਰ ਲਾਅ ਐਂਡ ਆਰਡਰ, ਆਪਸੀ ਜਿਹੜਾ ਭਾਈਚਾਰਾ ਹੈ, ਉਹ ਇਸ ਤਰ੍ਹਾਂ ਦੇ ਸਰਕਮਸਟੈਂਸਿਸ ਕਿਉਂ ਹੋਏ? ਕੋਈ ਸਾਜ਼ਿਸ਼ ਤਾਂ ਨਹੀਂ ਕਰ ਰਿਹਾ? ਕਿਉਂਕਿ ਅਨਿਲ ਵਿਜ ਬਾਰ-ਬਾਰ ਇਹ ਕਹਿ ਚੁੱਕੇ ਨੇ ਕਿ ਸਾਨੂੰ ਤਾਂ ਬੂ ਆ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਤਾਂ ਨਹੀਂ ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਾਈ ਜਾ ਰਹੀ ਹੈ ਔਰ ਇਨਵੈਸਟੀਗੇਸ਼ਨ ਹੋ ਰਹੀ ਹੈ। ਹੁਣ ਇਹ ਕਨੈਕਸ਼ਨ ਪੰਜਾਬ ਦੀ ਜਿਹੜੀ ਗੱਡੀ ਦਾ ਕਨੈਕਸ਼ਨ ਆ ਰਿਹਾ, ਹੁਣ ਇਹਦੇ ਵਿੱਚ ਡੀਪਲੀ ਇਨਵੈਸਟੀਗੇਸ਼ਨ ਹੋ ਰਹੀ ਹੈ। ਜਿਹੜੇ ਵੀ ਮਾਲਿਕ ਨੇ ਉਹਨਾਂ ਨੂੰ ਹੁਣ ਬੁਲਾ ਕੇ ਪੁੱਛਗਿੱਛ ਹੋਏਗੀ ਕਿ ਤੁਹਾਡੀ ਗੱਡੀ ਉੱਥੇ ਕੀ ਕਰ ਰਹੀ ਸੀ। ਬਹੁਤ ਵੱਡੇ ਸਵਾਲ ਨੇ ਔਰ ਬਹੁਤ ਕੁਐਸਚਨਸ ਨੇ। ਇਹਨਾਂ ਦੇ ਨਾਲ ਹੋਰ ਵੀ ਸਟੇਟ ਦੀ ਦੂਜੀ ਗੱਡੀਆਂ ਹੈ, ਉਹਨਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ, ਉਹਨਾਂ ਨੂੰ ਵੀ ਵੈਰੀਫਾਈ ਕਰਕੇ, ਉਹਨਾਂ ਦੀ ਵੀ ਵੀਡੀਓਗ੍ਰਾਫੀ ਕਰਕੇ, ਉਹਨਾਂ ਦੀ ਸਾਰੀ, ਕਿਉਂਕਿ ਹੁਣ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ, ਜਿਹੜੀ ਉਸ ਦਿਨ ਦੀ ਵੀਡੀਓ ਸਾਹਮਣੇ ਆ ਰਹੀ, ਹਾਲਾਂਕਿ ਇੰਟਰਨੈਟ ਸੇਵਾਵਾਂ ਜਿਹੜੀ ਬੰਦ ਕੀਤੀ ਗਈ ਸੀ, ਲੇਕਿਨ ਹੁਣ ਜਿਹੜੇ ਪ੍ਰੂਫ ਪੁਲਿਸ ਨੂੰ ਮਿਲ ਰਹੇ ਹੈ, ਜਿਹੜੇ ਪ੍ਰੂਫ ਹੁਣ ਇਕੱਠੇ ਹੋ ਰਹੇ ਹੈ, CCTV ਦੀ ਮਦਦ ਹੋਵੇ ਜਾਂ ਕਿਸੇ ਨੇ ਫੁਟੇਜ ਬਣਾਈ ਹੋਵੇ, ਵੀਡੀਓਗ੍ਰਾਫੀ ਕੀਤੀ ਹੋਵੇ, ਉਹ ਸਾਰਿਆਂ ਨੂੰ ਕਲੈਕਟ ਕਰਕੇ ਇੱਕ ਪੁਆਇੰਟ ਤੇ ਕੰਮ ਕੀਤਾ ਜਾ ਰਿਹਾ ਹੈ। ਅਜਦੀਪ ਜੀ ਬਿਲਕੁਲ ਸ਼ੁਕਰੀਆ ਮਨੋਜ, ਪੂਰੀ ਜਾਣਕਾਰੀ ਦੇ ਲਈ। ਤਾਂ ਜਾਂਚ ਇਸ ਪੂਰੇ ਮਾਮਲੇ ਦੀ ਹੋ ਰਹੀ ਹੈ ਤੇ ਇਸ ਸਭ ਦੇ ਵਿਚਾਲੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਾਂਚ ਦੇ ਵਿੱਚ ਕਿ ਉੱਥੇ ਇੱਕ ਪੰਜਾਬ ਨੰਬਰ ਦੀ ਕਾਰ ਵੀ ਮੌਜੂਦ ਸੀ। ਇਸ ਹਿੰਸਾ ਦੇ ਦੌਰਾਨ ਇੱਕ ਪੰਜਾਬ ਨੰਬਰ ਦੀ ਕਾਰ ਵੀ ਮੌਜੂਦ ਸੀ ਜੋ ਦੰਗਾਈਆਂ ਨੂੰ ਲੀਡ ਕਰ ਰਹੀ ਸੀ। ਪੰਜਾਬ ਦਾ ਕਨੈਕਸ਼ਨ ਵੀ ਇਸ ਦੇ ਵਿੱਚ ਸਾਹਮਣੇ ਆਇਆ। ਹੁਣ ਉਹ ਕਾਰ ਉੱਥੇ ਕਿਵੇਂ ਪਹੁੰਚੀ, ਮਾਲਕ ਤੋਂ ਸਵਾਲ ਜਵਾਬ ਇਸ ਮਾਮਲੇ 'ਚ ਕੀਤੇ ਜਾਣਗੇ। ਉਧਰ ਹਰਿਆਣਾ ਦੇ ਵਿੱਚ ਅਜੇ ਵੀ ਹਿੰਸਾ ਦੀ ਅੱਗ ਨਹੀਂ ਰੁਕ ਰਹੀ। 2 ਧਾਰਮਿਕ ਸਥਾਨਾਂ ਨੂੰ ਅੱਗ ਲਾਈ ਗਈ ਹੈ। ਨੂੰਹ ਦੇ ਤਾਬੜੂ ਸ਼ਹਿਰ ਦੇ ਵਿੱਚ 2 ਧਾਰਮਿਕ ਸਥਾਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਪੁਲਿਸ ਨੇ ਤੁਰੰਤ ਪਹੁੰਚ ਕੇ ਕਾਬੂ ਪਾਇਆ ਹੈ। ਪੁਲਿਸ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਦੇ ਵਿੱਚ ਜੁਟੀ ਹੈ। ਹਰਿਆਣਾ ਦੇ ਨੂੰਹ ਦੇ ਵਿੱਚ ਜਿੱਥੇ ਕੰਟਰੋਲ ਦੀ ਗੱਲ ਆਖੀ ਜਾ ਰਹੀ ਸੀ DGP ਦੇ ਵੱਲੋਂ ਕਿ ਕਰਫਿਊ ਦੇ ਵਿੱਚ ਅਸੀਂ ਛੂਟ ਦੇ ਰਹੇ ਹਾਂ, ਹਾਲਾਤ ਕਾਬੂ ਦੇ ਵਿੱਚ ਨੇ, ਉਹ ਲੱਗ ਨਹੀਂ ਰਿਹਾ ਕਿ ਹਾਲਾਤ ਕਾਬੂ ਦੇ ਵਿੱਚ ਨੇ, ਕਿਉਂਕਿ ਹਰਿਆਣਾ ਦੇ ਨੂੰਹ ਦੇ ਤਾਬੜੂ ਸ਼ਹਿਰ ਦੇ ਵਿੱਚ 2 ਧਾਰਮਿਕ ਸਥਾਨਾਂ ਨੂੰ ਅੱਗ ਲਗਾ ਦਿੱਤੀ ਗਈ, ਜਿਸ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਮੌਕੇ ਤੇ ਪੁਲਿਸ ਪਹੁੰਚੀ ਹੈ ਜਦੋਂ ਇਸ ਤੇ ਕਾਬੂ ਪਾਇਆ ਗਿਆ ਹੈ। ਹੁਣ ਪੁਲਿਸ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਦੇ ਵਿੱਚ ਜੁਟੀ ਹੈ। तो इस वे मेरे सहयोगी कासिम खान जुड़े ने और जानकारी दिली। कासिम, क्या कुछ पूरी जानकारी, क्या कुछ रात के समय वहां पर हुआ है? देखिए हरदीप, शोभा यात्रा के दौरान नूह में जो 4 दिन पहले बवाल हुआ था, उसके बाद
दूसरे और तीसरे दिन पूरी शांति थी, लेकिन बीते रात दो घटनाएं सामने आई हैं, जिसमें तावड़ू शहर के अंदर दो मस्जिदें उनको आग के हवाले करने की खबर है। हालांकि पुलिस प्रशासन को जैसे ही इस आग के बारे में सूचना मिलती है तो दल बल के साथ नरेंद्र सिंह बिजारनिया IPS वहां पहुंच जाते हैं और आग पर काबू पा लिया जाता है। उसके बाद वहां जो है फोर्स है वो डिप्लॉय कर दी जाती है। दूसरी अगर हम बात करें तो जिले का सबसे बड़ा गाँव है सिंगार गाँव में बीती रात जो पुलिस है वो आरोपियों को उठाने के लिए जाती है। पुलिस पर आरोप है कि जिस समय आरोपियों को उठाया गया था उस समय एक बुजुर्ग को हथियारों की बट मारी गई थी या लाठियां मारी गई थी। उसकी वजह से अब्दुल जब्बार नाम के शख्स की मौत हो चुकी है और अभी भी जो शव है वो घर पर ही रखा हुआ है। पुलिस में शिकायत करने के लिए सिंगार गांव के कुछ लोग इस समय गए हुए हैं। ये बात तो पोस्टमार्टम के बाद ही क्लियर होगी कि उसकी मौत चोट लगने के कारण हुई है या हार्ट अटैक से हुई है, लेकिन अब्दुल जब्बार अब इस दुनिया में नहीं है और सिंगार गांव के लोग खौफजदा हैं। यानी कि इस हिंसा में अब मरने वालों की गिनती क्या बढ़ चुकी है? 6 हम बात कर रहे थे, तो क्या 7 हम अब कहें इसको? बिल्कुल मर चुके हैं अब्दुल जब्बार, उनकी मौत की पुष्टि हो चुकी है। हम अभी गांव में पहुंचे हैं और उनकी डेड बॉडी घर पर ही रखी हुई है और जो परिजन हैं वो थाना बिछोर में शिकायत लेकर के इस समय पहुंचे हुए। जी शुक्रिया कासिम पूरी जानकारी के लिए। तो अजे भी हालात तनावपूर्ण बने हुए ने। कल देर रात ਨੂੰਹ ਦੇ ਤਾਬੜੂ ਸ਼ਹਿਰ ਦੇ ਵਿੱਚ 2 ਮਸਜਿਦਾਂ ਨੂੰ ਅੱਗ ਲਗਾਈ ਗਈ, ਜਿਸ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਬੂ ਪਾਇਆ ਹੈ। ਤੇ ਇਹ ਵੀ ਇੱਕ ਵੱਡੀ ਜਾਣਕਾਰੀ, ਇਸ ਹਿੰਸਾ ਦੇ ਵਿੱਚ ਹੁਣ 7 ਮੌਤਾਂ ਹੋ ਚੁੱਕੀਆਂ ਨੇ। ਇੱਕ ਹੋਰ ਸ਼ਖਸ ਜੋ ਇਸ ਹਿੰਸਾ ਦੇ ਦੌਰਾਨ ਜ਼ਖਮੀ ਹੋਏ ਸੀ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ। ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਕਾਸਿਮ ਖਾਨ ਜਾਣਕਾਰੀ ਦੇ ਰਹੇ ਸੀ, ਤਾਂ ਅਜੇ ਵੀ ਹਾਲਾਤ ਕੰਟਰੋਲ 'ਚ ਨਜ਼ਰ ਨਹੀਂ ਆ ਰਹੇ। ਪੁਲਿਸ ਹੁਣ ਇਹਨਾਂ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਦੇ ਵਿੱਚ ਜੁਟੀ ਹੈ, ਜਿਨ੍ਹਾਂ ਨੇ 2 ਮਸਜਿਦਾਂ ਨੂੰ ਅੱਗ ਲਗਾਈ ਹੈ। इस वेले दी वड्डी खबर, खालसा एड दे दफ्तरां ते NIA दी रेड दा मामला भखदा जा रहा है। पंजाब BJP प्रधान सुनील जाखड़ ने हुण खालसा एड दे दफ्तर ते रेड नूं लैके चिंता जताई है। अमित शाह दे नाल मिल के चिंता जाहिर की है। सूत्रां दे हवाले नाल खबर है, जाखड़ ने कहा है कि खालसा एड लोक भलाई दे काम करदी है, देश विदेश च आफत वेले अगे आके काम करदे ने। अकाली दल समेत कई धार्मिक जथेबंदियां भी इस दा विरोध जता चुकियां ने। पटियाला च खालसा एड दे दफ्तर गोदामां दे उत्ते रेड कीती गई। मुख सेवादार अमरप्रीत सिंह दे घर दे उत्ते रेड की गई, तो उसनूं लैके चिंता जताई जा रही है। BJP प्रधान सुनील जाखड़ ने अमित शाह नूं मिल के चिंता जाहिर की है। पंजाब च वख-वख थावां ते जो NIA दी रेड्स हुईयां ने, किथे ना किथे सारे देश तो सब तो वध रेड्स हो रही ने पंजाब च। मैनू ये महसूस हो रहा और वड्डी गिनती च पंजाबियों नूं ये महसूस हो रहा कि किथे ना किथे ये सिख भाईचारे नूं टारगेट करन लई तां नहीं कीती जा रही। हाँ, कोई गलत है, असीं उहदी मदद नहीं करते, मगर खालसा एड संस्था नूं होरां नूं टारगेट करना, जिन्हां ने कोरोना वेले होर जदों आफतां आईयां ने, मुश्किलातां आईयां ने, उन्हां ने आपदियां सेवावां निभाईयां ने। इसलिए ये इंप्रैशन ना जावे कि दिस इज़ टारगेटेड टू वन कम्यूनिटी, जो एक महसूस किया जा रहा है। दवाइयां ORS वगैरह दिता गया सी। हुण भी जिहड़ा काम है तो इस वेले मेरे सहयोगी पंकज कपाही फोन लाइन से जुड़े ने। पंकज, की कुछ जानकारी वख-वख जिहड़ियां सियासी धिरां ने वो तो विरोध कर ही रही ने। सुनील जाखड़ जो BJP के प्रधान ने उन्होंने भी चिंता जाहिर की है खालसा एड ते होईयां रेड्स नूं लैके। देखो, सोर्सेज से जानकारी दे रहे हैं कि कल अमित शाह होरां दे नाल मीटिंग जिहड़ी है दिल्ली दे विच पार्लीमेंट भवन दे विच सुनील जाखड़ होरां दी हुई, पंजाब दे मसलियां ते गलबात हुई और इन्हां मसलियां दे विच पिछले दिनां दे विच जिहड़ी NIA दे वल्लों रेड कीतीआं गईआं पंजाब च वख-वख थावां ते, उन्हां दे विच एक पटियाला दे विच खालसा एड दे दफ्तर दे विच रेड कीती गई सी। उस गल नूं लैके चिंता जाहिर करदे होए सुनील जाखड़ जिहड़े पंजाब के भाजपा के प्रधान ने वो नजर आए ने और इस मसले ते गलबात जिहड़ी है वो होम मिनिस्टर अमित शाह होरां दे नाल चर्चा की गई और इस मसले च होर तफसील दे नाल जानकारी सांझी की और ये भी इस गल का भी जिक्र किया कि खालसा एड जिहड़ी है वो दुनिया भर दे विच किते भी आपदा आंदी है तां उत्थे लोकां दी मदद दे लई पहुंच जाती है। इस गल का वेरवा भी देंदे हुए सुनील जाखड़ सोर्सेज जानकारी दे रहे ने नजर आए और इस तरीके की NIA की रेड नूं लैके चिंता जाहिर करते हुए जिहड़े ने वो नजर आए ने।
ਜੀ ਜੀ ਸ਼ੁਕਰੀਆ ਪੰਕਜ ਪੂਰੀ ਜਾਣਕਾਰੀ ਦੇ ਲਈ। ਤਾਂ ਬੀਜੇਪੀ ਪ੍ਰਧਾਨ ਵੀ ਚਿੰਤਾ ਜ਼ਾਹਰ ਕਰ ਰਹੇ ਨੇ। ਸਾਡੇ ਨਾਲ ਇਸ ਵੇਲੇ ਬੀਜੇਪੀ ਆਗੂ ਹਰਜੀਤ ਗਰੇਵਾਲ ਫੋਨ ਲਾਈਨ ਤੇ ਜੁੜੇ ਨੇ। ਗਰੇਵਾਲ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਖਾਲਸਾ ਏਡ ਦੇ ਦਫ਼ਤਰ ਤੇ ਰੇਡ ਹੋਈ, ਮੁੱਖ ਸੇਵਾਦਾਰ ਦੇ ਘਰ ਰੇਡ ਹੋਈ, ਉਹਨਾਂ ਦੇ ਗੋਦਾਮਾਂ ਤੇ ਛਾਪੇਮਾਰੀ ਕੀਤੀ ਗਈ, ਉਹ ਵੀ NIA ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਸਭ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਤਾਂ ਵਿਰੋਧ ਜਤਾ ਹੀ ਰਹੀਆਂ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਇਸ ਸਭ ਨੂੰ ਕਿਵੇਂ ਦੇਖਿਆ ਜਾਵੇ? ਇਹ ਜਿਹੜੀਆਂ ਰੇਡਸ ਹੋਈਆਂ ਨੇ ਇਹਨਾਂ ਨੂੰ ਕਿਵੇਂ ਦੇਖਿਆ ਜਾਵੇ? ਹੈਲੋ ਜੀ ਜੀ ਗਰੇਵਾਲ ਜੀ, ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਸਰਕਾਰ ਕਦੇ ਵੀ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰਦੀ, ਪਰੇਸ਼ਾਨ ਨਹੀਂ ਕਰਦੀ ਅਗਰ ਉਸ ਦੀ ਇਨਵੋਲਵਮੈਂਟ ਨਾ ਹੋਵੇ। ਭਾਰਤ ਸਰਕਾਰ ਦੀ ਇਹ ਨੀਤੀ ਨਹੀਂ ਹੈ। ਔਰ ਜਾਖੜ ਸਾਹਿਬ ਕੋਲ ਕੋਈ ਪੁਖਤਾ ਜਾਣਕਾਰੀ ਹੋਏਗੀ ਤਦ ਹੀ ਉਹਨਾਂ ਨੇ ਗੱਲ ਰੱਖੀ ਹੈ ਸਾਹਮਣੇ ਕਿ ਵੀ ਖਾਲਸਾ ਏਡ ਭਲੇ ਦੇ ਕੰਮ ਕਰਦੀ ਹੈ। ਪਰ ਭਲੇ ਦੇ ਕੰਮ ਕਰਨ ਦਾ ਇਹ ਮਤਲਬ ਤਾਂ ਨਹੀਂ ਹੈ ਕਿ ਬਾਕੀ ਗਤੀਵਿਧੀਆਂ ਦੀ ਛੋਟ ਦੇ ਦਿੱਤੀ ਜਾਏਗੀ। ਇਸ ਕਰਕੇ ਮੇਰੇ ਆਪਣੇ ਵਿਚਾਰ ਨੇ ਇਹਦੇ ਤੇ, ਉਹਨਾਂ ਦੇ ਆਪਣੇ ਵਿਚਾਰ ਨੇ, ਤੇ ਮੈਂ ਜੇ ਕੋਈ ਗਲਤ ਕੰਮ ਕਰਦਾ ਜ਼ੀਰੋ ਟੋਲਰੈਂਸ ਤੇ ਉਹਦੇ ਖਿਲਾਫ ਗੱਲਬਾਤ ਹੋਣੀ ਚਾਹੀਦੀ ਹੈ, ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨਾਲ ਧੱਕਾ ਨਹੀਂ, ਕਿਸੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ। ਡੈਮੋਕ੍ਰੇਸੀ ਹੈ। ਜਾਖੜ ਸਾਹਿਬ ਕੋਲ ਜਾਣਕਾਰੀ ਹੋਏਗੀ, ਉਹਨਾਂ ਨੇ ਇਹ ਗੱਲ ਰੱਖੀ ਹੈ ਤੇ ਉਹ ਗੱਲ ਦੀ ਪਤਾ ਲੱਗ ਜਾਏਗਾ। ਜੇ ਕੋਈ ਗੱਲ ਠੀਕ ਹੋਏਗੀ ਤਾਂ ਸਰਕਾਰ ਉਹਦੇ ਤੇ ਕਾਰਵਾਈ ਤੇ ਰੋਕ ਲਗਾਏਗੀ ਜੇ ਗਲਤ ਤਰੀਕੇ ਨਾਲ ਕਾਰਵਾਈ ਹੋਈ ਹੈ। ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਯੋਗੀ ਆਦਿੱਤਿਆਨਾਥ ਇੱਥੇ ਕੰਮ ਕਰਦੇ ਨੇ, ਉੱਤਰ ਪ੍ਰਦੇਸ਼ ਦੇ ਅੰਦਰ ਉਹਨਾਂ ਨੇ ਸ਼ਾਂਤੀ ਕੀਤੀ ਆ, ਨਿਰਦੋਸ਼ ਲੋਕਾਂ ਦਾ ਕਤਲੇਆਮ ਹੋ ਜਾਣਾ, ਨਿਰਦੋਸ਼ ਲੋਕ ਮਾਰੇ ਜਾਣੇ, ਜਿਸ ਤਰ੍ਹਾਂ ਹੁਣ ਹਰਿਆਣਾ 'ਚ ਵੀ ਹੋਇਆ ਜਾਂ ਮਨੀਪੁਰ 'ਚ ਵੀ ਹੋ ਰਿਹਾ, ਉਹ ਬਹੁਤ ਮੰਦਭਾਗੀ ਗੱਲ ਆ। ਔਰ ਉਹਦੇ ਲਈ ਸਾਨੂੰ ਸਰਕਾਰ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਜੋ ਵੀ ਉਹ ਇਹਨੂੰ ਰੋਕਥਾਮ ਲਈ ਕਰਦੇ ਆ ਕੋਸ਼ਿਸ਼ਾਂ, ਤੇ ਉਹਦੀ ਪ੍ਰਸ਼ੰਸਾ ਹੀ ਕਰਨੀ ਚਾਹੀਦੀ ਹੈ। ਤੇ ਸਰਕਾਰ ਦੇ ਨਾਲ ਔਰ ਦੇਸ਼ ਦੇ ਨਾਲ ਖੜੇ ਹੋਣਾ ਚਾਹੀਦਾ। ਗਰੇਵਾਲ ਜੀ, ਖਾਲਸਾ ਏਡ ਦਾ ਜਦੋਂ ਜ਼ਿਕਰ ਆਉਂਦਾ ਹੈ ਪਿਛਲੇ ਕਾਫੀ ਸਾਲਾਂ ਦੇ ਵਿੱਚ ਅਸੀਂ ਵੀ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ। ਜੀ ਗਰੇਵਾਲ ਜੀ, ਤੁਹਾਨੂੰ ਆਵਾਜ਼ ਮਿਲ ਰਹੀ ਹੈ? ਹਾਂ ਮਿਲ ਰਹੀ ਹੈ ਜੀ। ਜੀ ਜੀ, ਖਾਲਸਾ ਏਡ ਦਾ ਜਦੋਂ ਜ਼ਿਕਰ ਆਉਂਦਾ ਹੈ ਅਸੀਂ ਸਾਰੇ ਦੇਖਦੇ ਹਾਂ ਕਿ ਜਿੱਥੇ ਵੀ ਭਾਵੇਂ ਉਹ ਦੇਸ਼ ਦੇ ਵਿੱਚ ਹੈ, ਵਿਦੇਸ਼ ਦੇ ਵਿੱਚ ਹੈ, ਉਹ ਪਹੁੰਚਦੇ ਨੇ ਮਦਦ ਲਈ। ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਤੇ ਇਸੇ ਨੂੰ ਲੈ ਕੇ ਜਿਹੜੇ ਆਮ ਲੋਕ ਨੇ ਉਹ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਤੇ ਵਿਰੋਧ ਜ਼ਾਹਰ ਕਰ ਰਹੇ ਨੇ। ਵਿਕਰਮ ਸਿੰਘ ਮਜੀਠੀਆ ਦਾ ਬਿਆਨ ਅਸੀਂ ਥੋੜੀ ਦੇਰ ਪਹਿਲਾਂ ਸੁਣਵਾ ਰਹੇ ਸੀ। ਉਹ ਕਹਿ ਰਹੇ ਸੀ ਕਿ ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ ਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਗੱਲ ਇਹ ਆ, ਸੋਸ਼ਲ ਮੀਡੀਆ ਤੇ ਮੈਂ ਜਾਣਦਾ ਕਿ ਅਲੱਗ-ਅਲੱਗ ਗਰੋਹ ਬੈਠੇ ਰਹਿੰਦੇ ਆ। ਆਮ ਆਦਮੀ ਪਾਰਟੀ ਦੇ ਲੋਕ ਵੀ ਬੈਠੇ ਆ, ਉਹ ਲਗਾਤਾਰ ਕਮੈਂਟਸ ਕਰਦੇ ਆ ਔਰ ਭੱਦੇ ਕਮੈਂਟਸ ਕਰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਹੋਣੇ ਚਾਹੀਦੇ। ਔਰ ਸਾਡੇ ਖਿਲਾਫ ਵੀ ਹੁੰਦੇ ਆ, ਬਾਕੀ ਲੋਕਾਂ ਦੇ ਖਿਲਾਫ ਵੀ, ਕਿਉਂਕਿ ਜੋ ਬੁਰਾਈ ਆ ਉਹਦਾ ਫਲ ਸਭ ਨੂੰ ਭੁਗਤਣਾ ਪੈਂਦਾ। ਸੋਸ਼ਲ ਮੀਡੀਆ ਸਾਰੇ ਅੱਛੇ ਕੰਮ ਨਹੀਂ ਕਰ ਰਿਹਾ ਤੇ ਇਸ ਲਈ ਇਹਦੇ ਤੇ ਡਿਪੈਂਡ ਕਰਕੇ ਕੋਈ ਵਿਚਾਰਧਾਰਾ ਬਣ ਜੇ ਜਾਂ ਕੋਈ ਸੋਚ ਵਿਚਾਰ ਬਣੇ ਤਾਂ ਮੈਂ ਸਮਝਦਾ ਉਹ ਠੀਕ ਨਹੀਂ ਹੈ। ਸੋਸ਼ਲ ਮੀਡੀਆ ਆਰਗੇਨਾਈਜ਼ਡ ਇੱਕ ਤਰ੍ਹਾਂ ਦਾ, ਇਸ ਨੂੰ ਮੈਂ ਕ੍ਰਾਈਮ ਕਹਿਣਾ, ਜਿਹੜਾ ਕ੍ਰਾਈਮ ਅਗੇਂਸਟ ਸੋਸਾਇਟੀ ਇਹ ਕਮਿਟ ਕਰਦੇ ਆ। ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਗਲਤ ਕੰਮ ਕਰਦੇ, ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਕਰਨਾ ਚਾਹੀਦਾ। ਠੀਕ ਹੈ, ਤੇ ਇਸ ਲਈ ਉਸ ਤੇ ਮੈਂ ਡਿਪੈਂਡ ਹੋ ਕੇ ਕੋਈ ਵੀ ਵਿਚਾਰ ਨਹੀਂ ਬਣਾ ਸਕਦਾ। ਪਰ ਮੈਂ ਸਿੱਧਾ ਕਹਿਣਾ ਕਿ ਜਿਹੜੀ ਦੇਸ਼ ਦੇ ਖਿਲਾਫ ਸਾਜ਼ਿਸ਼ ਹੋਵੇ ਉਹਦੇ 'ਚ ਅਸੀਂ ਸਰਕਾਰ ਦੇ ਨਾਲ ਪਾਰਟੀ ਲਾਈਨ ਤੋਂ ਹਟ ਕੇ ਵਿਦਆਊਟ ਐਨੀ ਡਿਸਟਿੰਕਸ਼ਨ ਆਫ ਕਾਸਟ, ਕ੍ਰੀਡ ਐਂਡ ਰਿਲੀਜਨ ਸਾਨੂੰ ਸਰਕਾਰ ਦੇ ਨਾਲ ਖੜੇ ਹੋਣਾ ਚਾਹੀਦਾ। ਤਦ ਹੀ ਦੇਸ਼ ਸ਼ਾਂਤੀ ਹੋਣੀ ਹੈ। ਜਿਸ ਤਰ੍ਹਾਂ ਹੁਣ ਹਰਿਆਣਾ 'ਚ ਹੋਇਆ, ਕੀ ਇਹ ਅੱਛਾ ਹੋਇਆ? ਕੀ ਮਨੀਪੁਰ 'ਚ ਹੋ ਰਿਹਾ ਉਹ ਅੱਛਾ ਹੋ ਰਿਹਾ? ਤੇ ਇਸ ਲਈ ਕੋਈ ਵੀ ਸੰਸਥਾ ਐਸਾ ਕੰਮ ਕਰੇ ਉਸ ਨੂੰ ਅਲਾਉ ਨਹੀਂ ਕਰਨਾ ਚਾਹੀਦਾ। ਕੋਈ ਵੀ ਇੰਡੀਵਿਜੂਅਲ ਕਰੇ ਉੱਥੇ ਤਾਂ ਤੁਹਾਡੀਆਂ ਸਰਕਾਰਾਂ ਨੇ ਗਰੇਵਾਲ ਜੀ। ਹਾਂਜੀ, ਉੱਥੇ ਤਾਂ ਤੁਹਾਡੀਆਂ ਹੀ ਸਰਕਾਰਾਂ ਨੇ, ਮਨੀਪੁਰ ਦੇ ਵਿੱਚ ਵੀ, ਹਰਿਆਣਾ ਦੇ ਵਿੱਚ। ਚਾਹੇ ਸਰਕਾਰ ਕਿਸੇ ਦੀ ਵੀ ਹੋਵੇ ਜੀ, ਮੈਂ ਸਰਕਾਰ ਦੀ ਗੱਲ ਥੋੜਾ ਕਰਦਾ ਜੀ। ਰਹਿੰਦੇ ਤਾਂ ਇਨਸਾਨ ਨੇ, ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ, ਸਰਕਾਰ ਕੋਈ ਵੀ ਹੋ ਸਕਦੀ ਹੈ। ਸਰਕਾਰ ਤਾਂ ਸਰਕਾਰ ਆ। ਜੇ ਪੰਜਾਬ 'ਚ ਵੀ ਕੁਝ ਗਲਤ ਹੋਏ ਤਾਂ ਅਸੀਂ ਕਹਾਂਗੇ ਗਲਤ ਆ, ਜੇ ਹਰਿਆਣਾ 'ਚ ਹੋ ਰਿਹਾ ਤਾਂ ਅਸੀਂ ਕਹਾਂਗੇ ਗਲਤ ਆ। ਸਰਕਾਰਾਂ ਦਾ ਕੀ ਮਤਲਬ ਹੈ ਇਹਦੇ 'ਚ? ਮੈਂ ਸਰਕਾਰ ਦੀ ਗੱਲ ਨਹੀਂ ਕਰਦਾ। ਸਰਕਾਰ ਅਗਰ ਕਾਂਗਰਸ ਦੀ ਵੀ ਹੋਵੇ ਕਿਸੇ ਜਗ੍ਹਾ ਤੇ ਉਹ ਇਹਨਾਂ ਦੇ ਕ੍ਰਿਮੀਨਲਸ ਦੇ ਖਿਲਾਫ, ਟੈਰਰਿਸਟ ਦੇ ਖਿਲਾਫ ਕਾਰਵਾਈ ਕਰਦੀ ਹੋਵੇ ਤਾਂ ਮੈਂ ਜ਼ਰੂਰ ਕਹੂੰਗਾ ਕਿ ਸਾਰੇ ਦੇਸ਼ ਵਾਸੀਆਂ ਨੂੰ ਉਹਦਾ ਸਮਰਥਨ ਕਰਨਾ ਚਾਹੀਦਾ। ਕਿਉਂ ਕਰੋ ਅਸੀਂ ਇਸ ਤਰ੍ਹਾਂ ਦੀ ਗੱਲ? ਸਾਨੂੰ ਕੰਟਰੀ ਨੂੰ ਅੱਗੇ ਰੱਖ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੇ ਨਿਰਦੋਸ਼ ਮਾਰੇ ਜਾਂਦੇ ਆ ਉਹਨਾਂ ਦਾ ਕੀ ਕਸੂਰ ਆ? ਇਸ ਲਈ ਮੈਂ ਤਾਂ ਇਸ ਚੀਜ਼ ਦੇ ਹੱਕ ਜਾਂ, ਪਰ ਜੇ ਕਿਸੇ ਦੇ ਖਿਲਾਫ ਗਲਤ ਕਾਰਵਾਈ ਹੁੰਦੀ ਹੈ, ਜਿਵੇਂ ਖਾਲਸਾ ਏਡ ਦੀ ਗੱਲ ਕੀਤੀ ਜਾ ਰਹੀ ਹੈ, ਤੇ ਉਹ ਜ਼ਰੂਰ ਰੋਕਣੀ ਚਾਹੀਦੀ ਹੈ ਔਰ ਜ਼ਰੂਰ ਉਹਦੇ 'ਚ ਹਾਦਾ ਨਾਰਾ ਵੀ ਮਾਰਨਾ ਚਾਹੀਦਾ ਵੀ ਇਹ ਗਲਤ ਹੋ ਰਿਹਾ। ਤੇ ਜਾਖੜ ਸਾਹਿਬ ਦਾ ਇਹ ਸੁਭਾਅ ਵੀ ਆ, ਉਹ ਜਿਹੜਾ ਗੱਲ ਉਹਨਾਂ ਦੇ ਮਨ 'ਚ ਆਉਂਦੀ ਆ ਉਹ ਜ਼ਰੂਰ ਕਹਿੰਦੇ ਆ। ਕਾਂਗਰਸ ਸੀ ਤਦ ਵੀ ਕਹਿੰਦੇ ਸੀ, ਅੱਜ ਬੀਜੇਪੀ ਨੇ ਤਦ ਵੀ ਕਹਿੰਦੇ। ਇਸ ਚੀਜ਼ ਦੀ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ।
ਉਸ ਨੂੰ ਇੰਡੀਵਿਜੂਅਲੀ ਜਾਖੜ ਸਾਹਿਬ ਦੀ ਪ੍ਰਸ਼ੰਸਾ ਹੋਣ ਵਾਲੀ ਗੱਲ ਆ, ਪਰ ਮੈਂ ਆਪਣੀ ਵਿਚਾਰਧਾਰਾ ਰੱਖੀ ਹੈ, ਠੀਕ ਹੈ, ਔਰ ਮੇਰੀ ਪਾਰਟੀ ਦੀ ਵੀ ਜੋ ਵਿਚਾਰ ਨੇ ਮੈਂ ਉਹੀ ਰੱਖੇ ਆ, ਉਹੀ ਜਿਹੜੇ ਮੈਂ 35 ਸਾਲਾਂ 'ਚ ਪਾਰਟੀ ਤੋਂ ਸਿੱਖੇ ਆ, ਸੰਗਠਨ ਤੋਂ ਸਿੱਖੇ ਆ, ਉਹੀ ਰੱਖ ਰਹੇ। ਸ਼ੁਕਰੀਆ ਗਰੇਵਾਲ ਜੀ ਜੁੜਨ ਦੇ ਲਈ। ਤਾਂ ਹਰਜੀਤ ਗਰੇਵਾਲ ਸਾਡੇ ਨਾਲ ਜੁੜੇ ਬੀਜੇਪੀ ਦੇ ਆਗੂ ਨੇ। ਉਹ ਕਹਿ ਰਹੇ ਨੇ ਕਿ ਸਰਕਾਰ ਕਿਸੇ ਤੇ ਗਲਤ ਤਰੀਕੇ ਦੇ ਨਾਲ ਕਾਰਵਾਈ ਨਹੀਂ ਕਰਦੀ, ਹਾਲਾਂਕਿ ਜੇ ਜਾਖੜ ਸਾਹਿਬ ਦੇ ਕੋਲੇ ਕੋਈ ਵੱਖਰੀ ਜਾਣਕਾਰੀ ਹੈ, ਉਹਨਾਂ ਨੇ ਉਹ ਸਾਂਝੀ ਕੀਤੀ ਹੈ, ਤਾਂ ਉਹ ਹੋ ਸਕਦਾ ਹੈ ਕਿ ਜੇ ਗਲਤ ਤਰੀਕੇ ਦੇ ਨਾਲ ਕੁਝ ਕੀਤਾ ਗਿਆ ਹੈ ਤਾਂ ਉਸ ਤੇ ਸੋਚਿਆ ਜਾਵੇ। ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੁੜੇ ਨੇ, ਆਮ ਆਦਮੀ ਪਾਰਟੀ ਦੇ ਆਗੂ ਨੇ। ਸੰਘੇੜਾ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਸੁਣਿਆ ਖਾਲਸਾ ਏਡ ਤੇ ਹੋਈਆਂ ਰੇਡਸ ਨੂੰ ਲੈ ਕੇ। ਜੋ ਬੀਜੇਪੀ ਪ੍ਰਧਾਨ ਨੇ ਇਸ ਵੇਲੇ ਪੰਜਾਬ ਬੀਜੇਪੀ ਦੇ ਸੁਨੀਲ ਜਾਖੜ, ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਇਹਨਾਂ ਰੇਡਸ ਦੇ ਉੱਤੇ। ਖਾਲਸਾ ਏਡ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹ ਵੀ ਅਮਿਤ ਸ਼ਾਹ ਦੇ ਅੱਗੇ ਰੱਖੇ ਨੇ, ਕੇਂਦਰੀ ਗ੍ਰਹਿ ਮੰਤਰੀ ਦੇ ਅੱਗੇ। ਅਕਾਲੀ ਦਲ ਤੇ ਹੋਰ ਧਾਰਮਿਕ ਸੰਸਥਾਵਾਂ ਇਸ ਦਾ ਵਿਰੋਧ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਇਸ ਸਭ ਨੂੰ ਕਿਵੇਂ ਦੇਖਦੀ ਹੈ? ਅਰਸ਼ਦੀਪ, ਮੈਂ ਗਰੇਵਾਲ ਸਾਹਿਬ ਨੂੰ ਸੁਣ ਰਿਹਾ ਸੀਗਾ, ਤੁਹਾਡੇ ਸਵਾਲ ਤੇ ਉਹਨਾਂ ਨੂੰ ਗੁੱਸਾ ਆ ਗਿਆ ਜਦੋਂ ਤੁਸੀਂ ਮਨੀਪੁਰ ਤੇ ਹਰਿਆਣਾ 'ਚ ਕਿਹਾ ਵੀ ਤੁਹਾਡੀਆਂ ਸਰਕਾਰਾਂ ਨੇ। ਉਹ ਕਹਿੰਦੇ ਸਰਕਾਰਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਫਰਕ ਹੀ ਸਰਕਾਰਾਂ ਨਾਲ ਪੈਂਦਾ ਆ। ਕੇਂਦਰ ਵਿੱਚ ਵੀ ਇਹਨਾਂ ਦੀ ਸਰਕਾਰ ਆ, ਉਹਦੇ ਨਾਲ ਹੀ ਫਰਕ ਪੈਂਦਾ ਆ। ਬਾਕੀ ਮੈਂ ਡਾਇਰੈਕਟ ਹੀ ਟੌਪਿਕ ਤੇ ਆ ਰਿਹਾ ਜਿਹਦੇ ਤੇ ਤੁਸੀਂ ਸਵਾਲ ਕਰ ਰਹੇ ਹੋ ਜੀ, ਕਿ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੈਂਤੜਾ ਆ ਨਾ, ਇਹ ਘੱਟ ਗਿਣਤੀਆਂ ਨੂੰ ਕੁਚਲਦੇ ਆ, ਦੰਗੇ ਫਸਾਦ ਕਰਾਉਂਦੇ ਆ, ਧਰਮ ਦੇ ਨਾਮ ਤੇ, ਜਾਤ ਪਾਤ ਦੇ ਨਾਮ ਤੇ ਲੋਕਾਂ 'ਚ ਵੰਡੀਆਂ ਪਾਉਂਦੇ ਆ, ਔਰ ਇਹੋ ਹੀ ਇਹਨਾਂ ਦਾ ਫੰਡਾ ਆ। ਲੋਕਾਂ ਨੂੰ ਅਲੱਗ ਕਰਕੇ, ਪੋਲਰਾਈਜੇਸ਼ਨ ਕਰਕੇ, ਵਰਗੀਕਰਨ ਕਰਕੇ ਵੋਟ ਬਟੋਰਦੇ ਆ, ਜਿਹੜਾ ਕਿ ਸਭ ਤੋਂ ਖਤਰਨਾਕ ਤਰੀਕਾ ਮੰਨਿਆ ਗਿਆ ਦੁਨੀਆ ਭਰ ਦੇ ਵਿੱਚ। ਪਰ ਭਾਰਤੀ ਜਨਤਾ ਪਾਰਟੀ ਇਸ ਗੱਲ ਲਈ ਜਾਣੀ ਜਾਂਦੀ ਹੈ ਔਰ ਤਸ਼ੱਦਦ ਕਰਦੇ ਆ, ਏਜੰਸੀਆਂ ਨੂੰ ਗਲਤ ਮਿਸਯੂਜ਼ ਕਰਦੀ ਹੈ। ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਸਾਹਿਬ ਏਜੰਸੀਆਂ ਨੂੰ ਮਿਸਯੂਜ਼ ਕਰਦੇ ਆ ਆਪਣੇ ਵਿਰੋਧੀ ਸਿਆਸੀ ਵਿਰੋਧੀਆਂ ਤੋਂ ਬਦਲਾ ਲੈਣ ਲਈ, ਉਹਨਾਂ ਦੀ ਬਾਂਹ ਮਰੋੜ ਕੇ ਉਹਨਾਂ ਦੇ ਆਗੂਆਂ ਨੂੰ ਆਪਣੇ ਜੋੜਨ ਲਈ, ਜਿਹੜਾ ਕਿ ਨੰਗਾ ਚਿੱਟਾ ਹੋ ਰਿਹਾ। ਸਰਕਾਰਾਂ ਤੋੜੀਆਂ ਇਹਨਾਂ ਨੇ, ਕਈ ਕੁਝ ਕੀਤਾ ਹੈ, ਆਪਣੇ ਮੁੱਖ ਮੰਤਰੀ ਬਣਾਏ ਹਰ ਜਗ੍ਹਾ ਤੇ, ਅਨਸਟੇਬਲ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ। ਦਿੱਲੀ ਸਰਕਾਰ ਨੂੰ ਵੀ, ਪੰਜਾਬ ਸਰਕਾਰ ਤੇ ਵੀ ਹਮਲੇ ਹੋਏ ਆ, ਗਵਰਨਰ ਦੇ ਰਾਹੀਂ ਤੰਗ ਕਰ ਰਹੇ ਆ। ਹੁਣ ਗੱਲ ਆ ਗਈ ਕਿ ਜਿਹੜਾ ਰੇਡ ਹੋਈ ਹੈ ਜੋ ਵੱਖ-ਵੱਖ, ਮੈਂ ਇਸ ਦਾ ਵੀ ਜ਼ਿਕਰ ਕਰ ਰਹੀ ਸੀ ਕਿ ਲੋਕ ਸੋਸ਼ਲ ਮੀਡੀਆ ਤੇ ਵੀ ਇਹ ਮਸਲਾ ਚੱਕ ਰਹੇ ਨੇ ਬਹੁਤ ਸਾਰੇ, ਭਾਵੇਂ ਉਹ ਸੋਸ਼ਲ ਮੀਡੀਆ ਜਿਸ ਤਰੀਕੇ ਨਾਲ ਹਰਜੀਤ ਗਰੇਵਾਲ ਜੀ ਕਹਿ ਰਹੇ ਸੀ ਕਿ ਸੋਸ਼ਲ ਮੀਡੀਆ ਤੇ ਤਰੀਕੇ ਦੇ ਬਹੁਤ ਚੀਜ਼ਾਂ ਪੈਂਦੀਆਂ ਰਹਿੰਦੀਆਂ ਨੇ, ਲੇਕਿਨ ਬਹੁਤ ਸਾਰੇ ਲੋਕ ਇਸ ਦੇ ਬਾਰੇ ਲਿਖ ਰਹੇ ਨੇ, ਬਹੁਤ ਸਾਰੇ ਲੋਕ ਇਸ ਦਾ ਵਿਰੋਧ ਕਰ ਰਹੇ ਨੇ, ਸਿਆਸੀ ਆਗੂ ਵੀ ਕਰ ਰਹੇ ਨੇ। ਤਾਂ ਕੀ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਸ ਮਾਮਲੇ ਦੇ ਵਿੱਚ ਕੇਂਦਰ ਤੱਕ ਪਹੁੰਚ ਕੀਤੀ ਜਾਏਗੀ? ਉੱਥੇ ਆ ਰਹੇ ਅਰਸ਼ਦੀਪ, ਇਹ ਭਾਰਤੀ ਜਨਤਾ ਪਾਰਟੀ ਬਿਲਕੁਲ ਗਲਤ ਕਰ ਰਹੀ ਆ, ਇਹ ਬਦਲੇ ਲੈ ਰਹੀ ਆ। ਜਿੱਦਾਂ ਗਰੇਵਾਲ ਸਾਹਿਬ ਕਹਿ ਰਹੇ ਸੀ ਕਿ ਸੋਸ਼ਲ ਮੀਡੀਆ ਦੇ ਜਿਹੜੇ ਬੋਲਦੇ ਨੇ ਉਹ ਕ੍ਰਾਈਮ ਕਰ ਰਹੇ ਨੇ। ਸੱਚ ਬੋਲਣਾ ਜਿਹੜਾ ਚਾਹੇ ਪ੍ਰਿੰਟ ਮੀਡੀਆ ਤੇ ਆ, ਚਾਹੇ ਸੋਸ਼ਲ ਮੀਡੀਆ ਤੇ ਆ, ਚਾਹੇ ਇਲੈਕਟ੍ਰੋਨਿਕ ਮੀਡੀਆ ਤੇ ਆ, ਜਿਹੜੇ ਲੋਕ ਆਪਣੀ ਆਵਾਜ਼ ਪਸੰਦ ਕਰਦੇ ਉਹ ਕ੍ਰਾਈਮ ਥੋੜੀ ਕ੍ਰਾਈਮ ਤਾਂ ਬੀਜੇਪੀ ਕਰ ਰਹੀ ਹੈ, ਜੋ ਕੁਛ ਇਹ ਸਾਰਾ ਕੁਛ ਕਰ ਰਹੇ ਆ। ਇਹ ਖਾਲਸਾ ਏਡ ਜਿਹੜੀ ਆ, ਉਹਨਾਂ ਨੇ ਆਪਣਾ ਨਾਮ ਆਪ, ਇਸ ਜਥੇਬੰਦੀ ਨੇ ਕਮਾਇਆ, ਇਸ ਆਰਗੇਨਾਈਜੇਸ਼ਨ ਨੇ ਆਪਣਾ ਨਾਮ ਆਪ ਕਮਾਇਆ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਪੈਂਦੀ ਆ, ਉੱਥੇ ਇਹ ਪੰਜਾਬੀਆਂ ਦਾ ਨਾਮ ਉੱਚਾ ਕਰਦੇ ਆ, ਸਿੱਖਾਂ ਦਾ ਨਾਮ ਉੱਚਾ ਕਰਦੇ ਆ, ਸਿੱਖੀ ਦਾ ਨਾਮ ਉੱਚਾ ਕਰਦੇ ਆ, ਔਰ ਆਮ ਪੀੜਤ ਲੋਕਾਂ ਨੂੰ ਜਿਹੜੀ ਬਹੁਤ ਪ੍ਰੈਕਟੀਕਲੀ ਰਿਲੀਫ ਮਿਲਦਾ ਆ। ਤੇ ਇਹ ਇਹਨਾਂ ਦੀ ਨਿਗਾਹ 'ਚ, ਕੇਂਦਰ ਸਰਕਾਰ ਦੀ ਨਿਗਾਹ 'ਚ ਖਾਲਸਾ ਏਡ ਜਿਹੜਾ ਆ ਉਦੋਂ ਦਾ ਰੜਕਦਾ ਹੈ ਜਦੋਂ ਇਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਉੱਥੇ ਜਾ ਕੇ ਬਹੁਤ ਵੱਡੀ ਸੇਵਾ ਨਿਭਾਈ ਹੈ। ਖਬਰਾਂ 'ਚ ਪਹਿਲਾਂ ਵੀ ਸੀਗਾ, ਬਾਕੀ ਕੰਟਰੀ ਦੇ ਵਿੱਚ ਵੀ ਸੀਗੇ, ਹੁਣ ਵੀ ਸੀਗੇ, ਬਟ ਭਾਰਤੀ ਜਨਤਾ ਪਾਰਟੀ ਦੇ ਉਦੋਂ ਤੋਂ ਅੱਖਾਂ 'ਚ ਰੜਕਦੇ ਆ। ਕਿਸਾਨ ਜਥੇਬੰਦੀਆਂ ਵੀ, ਪੰਜਾਬੀ ਵੀ ਖਾਸ ਕਰਕੇ, ਕਿ ਇਹਨਾਂ ਨੇ ਕਿਸਾਨ ਅੰਦੋਲਨ ਦਾ ਜਿਹੜਾ ਮੋਹਰਾ ਬਣ ਕੇ ਕੰਮ ਕੀਤਾ ਸੀਗਾ। ਸੋ ਇਹ ਉਹਨਾਂ ਦਿਨਾਂ 'ਚ ਵੀ ਤੁਸੀਂ ਦੇਖਿਆ ਹੋਣਾ, ਆਰਟੀ ਐਸੋਸੀਏਸ਼ਨ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਘਰੇ ਛਾਪੇ, ਉਹਨਾਂ ਨੂੰ ਕੰਮ ਪਰੇਸ਼ਾਨ ਕਰਨ ਲਈ, ਹੋਰ ਇਸ ਤਰ੍ਹਾਂ ਦੀ ਕਈ ਕਾਰਵਾਈਆਂ ਕੀਤੀਆਂ। ਖਾਲਸਾ ਏਡ ਤੇ ਜਿਹੜੀ ਆਹ ਕਾਰਵਾਈ ਹੈ NIA ਦੀ, ਇਹ ਵੀ ਇਸੇ ਕੜੀ ਦਾ ਹਿੱਸਾ ਆ। ਸੋ ਇਹ ਜਦੋਂ ਇਸ ਤਰ੍ਹਾਂ ਕਰਦੇ ਨਾ, ਇਕੱਲਾ ਇਹ ਨਹੀਂ ਹੁੰਦਾ ਵੀ ਤੇ ਉੱਥੋਂ ਕੀ ਫੜਿਆ ਗਿਆ, ਕਿਹਦੇ ਤੇ ਮੁਕੱਦਮਾ ਬਣਿਆ, ਕਿਹਦੇ ਤੇ ਨਹੀਂ ਬਣਿਆ। ਆਮ ਲੋਕ ਵੀ ਡਰ ਜਾਂਦੇ ਨੇ, ਜਿਹੜੇ ਸਧਾਰਨ ਮੁੰਡਿਆਂ ਨੇ ਸੇਵਾ ਕਰਨੀ ਹੁੰਦੀ ਆ, ਉਹਨਾਂ ਦੇ ਮਾਪੇ ਉਹਨਾਂ ਨੂੰ ਰੋਕਣ ਲੱਗ ਜਾਂਦੇ ਨੇ। ਇਹ ਇੱਕ ਕਈ ਤਰ੍ਹਾਂ ਦਾ ਇਹਨਾਂ ਚੀਜ਼ਾਂ ਦੇ ਨੈਗੇਟਿਵ ਇਫੈਕਟ ਹੁੰਦੇ ਆ ਜਥੇਬੰਦੀਆਂ ਤੇ। ਜਿਹੜੀਆਂ ਜਥੇਬੰਦੀਆਂ ਸਹੀ ਕੰਮ ਕਰ ਰਹੀਆਂ, ਇਹਨਾਂ ਨੂੰ ਨਹੀਂ ਏਦਾਂ ਕਰਨਾ ਚਾਹੀਦਾ, ਬਹੁਤ ਗਲਤ ਰਸਤੇ 'ਚ ਚੱਲ ਰਹੇ ਨੇ। ਜੋ ਕਤਲੇਆਮ ਮਨੀਪੁਰ 'ਚ ਹੋਇਆ, ਜੋ ਹੁਣ ਹਰਿਆਣੇ 'ਚ ਹੋ ਰਿਹਾ, ਮਨੀਪੁਰ ਵਾਲੀਆਂ ਘਟਨਾਵਾਂ ਤਾਂ ਤੁਸੀਂ ਦੱਸ ਦਿਓ ਵੀ ਸਾਰੀ ਇਹਨਾਂ ਨੇ ਮਤਲਬ ਜਿਹੜੀ ਦੁਨੀਆ ਭਰ ਵਿੱਚ ਸਾਡੀ ਬਦਨਾਮੀ ਹੋ ਰਹੀ ਹੈ, ਜੋ ਕਿਸੇ ਨੇ ਔਰਤਾਂ ਨਾਲ ਕੀਤਾ ਉੱਥੇ, ਜੋ ਸਾਰਾ ਕੁਝ ਹੋਇਆ ਆ। ਤੇ ਉਹਨਾਂ ਤੋਂ ਸਬਕ ਸਿੱਖਣ ਦੀ ਬਜਾਏ ਇਹ ਆਪਣੇ ਡਰਮ ਬੀਟ ਕਰੀ ਜਾ ਰਹੇ ਆ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਆ। ਜਿਹੜੇ ਲੋਕਾਂ ਦੇ ਪ੍ਰਿਆ ਅਦਾਰੇ ਨੇ, ਜੇ ਕੋਈ ਤੁਹਾਡੇ ਧਿਆਨ 'ਚ ਆਉਂਦੀ ਹੈ ਗੱਲ, ਉਹਨੂੰ ਛਾਇਆ ਕਰੋ ਤੁਸੀਂ। ਇਸ ਤਰ੍ਹਾਂ ਜਿਹੜਾ ਜਿੱਦਾਂ ਕ੍ਰਿਮੀਨਲ ਤੇ ਘਰ, ਚਲੋ ਜਿਹੜੇ ਇਹਨਾਂ ਦੀ ਲਿਸਟ ਤੇ ਨੇ, ਕੋਈ ਪਹਿਲਾਂ ਕਿਸੇ ਸੀਰੀਜ਼ ਆਫ ਕ੍ਰਾਈਮ ਦੇ ਵਿੱਚ ਕੋਈ
ਹਾਈਲਾਈਟ ਹੋ ਗਈ ਚੀਜ਼, ਉਹਨਾਂ ਦੇ ਜੀ, ਘਰ ਜੀ। ਰੇਡ ਕਰਦੇ ਨੇ, ਮਿਲਦਾ ਕੁਝ ਨਹੀਂ ਮਿਲਦਾ, ਅਲੱਗ ਚੀਜ਼ ਹੈ, ਲੋਕ ਨਹੀਂ ਵਿਰੋਧ ਬਿਲਕੁਲ ਕਰਦੇ। ਇਸ ਤਰ੍ਹਾਂ ਦੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਸਮਾਜ ਸੇਵੀ ਜਥੇਬੰਦੀਆਂ, ਅਸੀਂ ਨਹੀਂ ਕਹਿੰਦੇ ਉਹਨਾਂ ਦੇ ਵਿੱਚ ਵੀ ਕੋਈ ਗਲਤ ਕੰਮ ਕਰਦਾ, ਤੁਸੀਂ ਕਾਰਵਾਈ ਕਰੋ, ਪਰ ਜਿਸ ਤਰ੍ਹਾਂ ਛਾਪਾ ਮਾਰਿਆ ਆ ਔਰ ਇਸ ਤਰ੍ਹਾਂ ਦਾ ਜੋੜ ਕੇ ਕਿ ਅੱਤਵਾਦੀਆਂ ਤੇ ਛਾਪੇ ਪੈ ਰਹੇ ਆ ਤੇ ਇੱਕ ਖਾਲਸਾ ਏਡ ਤੇ ਵੀ ਪੈ ਗਿਆ ਤੇ ਉਹਦੇ ਤੇ ਪੈ ਗਿਆ, ਇਹ ਬਹੁਤ ਹੀ ਵਧੀਆ ਗੱਲ ਨਹੀਂ ਹੈ। ਕੇਂਦਰ ਸਰਕਾਰ ਇਹ ਠੀਕ ਰਵਾਇਤ ਨਹੀਂ ਪਾ ਰਹੀ। ਸਿਆਸੀ ਵਿਰੋਧੀਆਂ ਨੂੰ ਦਬਾਉਣਾ ਜਾਂ ਜਿਹੜੇ ਕੋਈ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਬੀਜੇਪੀ ਦੀ ਲਾਈਨ ਨਹੀਂ ਟੋ ਕਰਦੀਆਂ, ਲੋਕਾਂ 'ਚ ਹਰਮਨ ਪਿਆਰੀਆਂ ਹੋ ਰਹੀਆਂ, ਉਹਨਾਂ ਨੂੰ ਡਰਾਉਣ ਲਈ ਉਹਨਾਂ ਦਾ ਜੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਜੀ ਸ਼ੁਕਰੀਆ ਜਗਤਾਰ ਸਿੰਘ ਸੰਘੇੜਾ ਜੀ ਸਾਡੇ ਨਾਲ ਜੁੜਨ ਦੇ ਲਈ, ਆਪਣਾ ਪੱਖ ਰੱਖਣ ਦੇ ਲਈ। ਤਾਂ ਜਗਤਾਰ ਸਿੰਘ ਸੰਘੇੜਾ ਕਹਿ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਰੇਡ ਕੀਤੀ ਗਈ ਹੈ, ਖਾਸ ਕਰਕੇ ਅੱਤਵਾਦ ਦੇ ਨਾਲ ਜੋੜ ਕੇ ਰੇਡ ਕੀਤੀ ਗਈ ਹੈ, ਉਸ ਦੇ ਵਿੱਚ ਕੁਝ ਨਿਕਲੇ ਨਾ ਨਿਕਲੇ ਉਹ ਵੱਖਰੀ ਗੱਲ ਹੈ, ਲੇਕਿਨ ਇੱਕ ਇੰਪ੍ਰੈਸ਼ਨ ਤਾਂ ਇਹ ਗਿਆ ਹੈ ਕਿ ਕੁਝ ਨਾ ਕੁਝ ਇੱਥੇ ਗਲਤ ਹੈ, ਤਾਂ ਕਿ ਲੋਕ ਬਾਅਦ ਵਿੱਚ ਡਰਨਗੇ ਉਸ ਸੰਸਥਾ ਦੇ ਨਾਲ ਜੁੜਨ ਦੇ ਲਈ। ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਗਰੇਵਾਲ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਖਾਲਸਾ ਏਡ ਦੇ ਗੋਦਾਮਾਂ ਤੇ ਦਫ਼ਤਰ ਤੇ ਮੁੱਖ ਸੇਵਾਦਾਰ ਅਮਰਪ੍ਰੀਤ ਸਿੰਘ ਦੇ ਘਰ ਤੇ ਛਾਪਾ ਮਾਰਿਆ ਗਿਆ, ਸਵਾਲ ਜਵਾਬ ਕੀਤੇ ਗਏ। ਇਸ ਪੂਰੇ ਮਸਲੇ ਨੂੰ ਲੈ ਕੇ ਵੱਖ-ਵੱਖ ਜਿਹੜੇ ਸਿਆਸੀ ਆਗੂ ਨੇ ਉਹ ਵਿਰੋਧ ਵੀ ਜਤਾ ਰਹੇ ਨੇ। ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਤੇ ਚਿੰਤਾ ਜ਼ਾਹਰ ਕੀਤੀ ਹੈ, ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਹਰਜੀਤ ਗਰੇਵਾਲ ਥੋੜੀ ਦੇਰ ਪਹਿਲਾਂ ਜੁੜੇ ਸੀ, ਉਹ ਕਹਿ ਰਹੇ ਸੀ ਕਿ ਕਿਸੇ ਨੇ ਵੀ ਜੇ ਕੁਝ ਗਲਤ ਕੀਤਾ ਹੈ ਸਰਕਾਰ ਕੋਈ ਗਲਤ ਕਾਰਵਾਈ ਨਹੀਂ ਕਰਦੀ, ਹਾਲਾਂਕਿ ਜੇ ਕੁਝ ਗਲਤ ਹੋਇਆ ਹੈ ਸੁਨੀਲ ਜਾਖੜ ਕੁਝ ਵਧੇਰੇ ਜਾਣਕਾਰੀ ਰੱਖਦੇ ਨੇ ਤਾਂ ਫਿਰ ਉਸ ਨੂੰ ਅਮੈਂਡ ਵੀ ਕੀਤਾ ਜਾਣਾ ਚਾਹੀਦਾ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੇ ਆਮ ਆਦਮੀ ਦੇ ਬੁਲਾਰੇ ਸੰਘੇੜਾ ਸਾਹਿਬ ਬੋਲ ਰਹੇ ਸੀ, ਮੈਂ ਉਹਨਾਂ ਦੀ ਪੁਸ਼ਟੀ ਕਰਦਾ ਕਿ ਪਿਛਲੇ ਸਮੇਂ ਦੇ ਅੰਦਰ ਕੁਝ ਜਿਹੜੇ ਪ੍ਰੋਗਰਾਮ ਹੋਏ ਜਿਹਦੇ 'ਚ ਅਸੀਂ ਕਿਸਾਨ ਮੋਰਚੇ ਦੀ ਗੱਲ ਖਾਸ ਤੌਰ ਤੇ ਕਰ ਦਈਏ ਜੀ, ਤੇ ਉਸ ਸਮੇਂ ਦੇ ਵਿੱਚ ਜਿਹੜੀਆਂ ਵੀ ਸੰਸਥਾਵਾਂ ਨੇ ਕੋਈ ਕਾਰਗੁਜ਼ਾਰੀ ਦਿਖਾਈ ਹੈ ਜਾਂ ਉਹਨਾਂ ਦੀ ਮਦਦ ਕੀਤੀ ਹੈ, ਮੈਂ ਖਾਲਸਾ ਏਡ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਪਹਿਲਾਂ ਉੱਥੇ ਜਿੰਨੇ ਸਾਰੇ ਕਾਰਜ ਆ ਉਹ ਕੀਤੇ ਆ। ਠੀਕ ਹੈ, ਅਸੀਂ ਕੋਈ ਦਿਖਾਵਾ ਨਹੀਂ ਕਰਦੇ, ਅਸੀਂ ਆਪਣਾ ਫਰਜ਼ ਸਮਝਦੇ ਹਾਂ, ਰਹਿਣ ਬਸੇਰਾ, ਉਹਨਾਂ ਦਾ ਪ੍ਰਸ਼ਾਦੇ ਪਾਣੀ ਦਾ, ਹੋਰ ਜਿੰਨੇ ਵੀ ਕੰਮ ਸੀ ਉਸ ਸਮੇਂ, ਸਰਦੀ ਆ, ਕੰਬਲ ਆ, ਹੋਰ ਆ, ਸ਼੍ਰੋਮਣੀ ਕਮੇਟੀ ਨੇ ਉਹ ਗੱਲ ਕੀਤੀ ਸੀ। ਸ਼੍ਰੋਮਣੀ ਕਮੇਟੀ ਵੀ ਟਾਰਗੇਟ ਤੇ ਆਈ, ਭਾਵੇਂ ਕਿ ਜਿਹੜੀ ਸਾਡੀ ਮੌਜੂਦਾ ਜਿਹੜੀ ਸੰਘੇੜਾ ਸਾਹਿਬ ਦੀ ਸਰਕਾਰ ਆ ਉਹ ਵੀ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਤੇ ਕਰਦੀ ਹੈ। ਚਲੋ ਇਹ ਵਿਸ਼ਾ ਨਹੀਂ ਹੈਗਾ। ਜਿਹੜੀ ਖਾਲਸਾ ਏਡ ਦਾ ਤੁਸੀਂ ਜ਼ਿਕਰ ਕੀਤਾ, ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਕਿ ਲੋਕ ਭਲਾਈ ਦੇ ਕਾਰਜ ਕਰਦੀਆਂ ਨੇ ਤੇ ਉਹਨਾਂ ਦਾ ਜਿਵੇਂ ਕਹਿੰਦੇ ਹੁੰਦੇ ਆ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਬਣਦਾ। ਤੇ ਜਿਹੜੀ ਖਾਲਸਾ ਏਡ ਦੇ ਰੇਡ ਮਾਰੀ ਗਈ ਆ, ਇਸ ਗੱਲ ਦਾ ਅਸੀਂ ਵਿਰੋਧ ਕਰਦੇ ਆ। ਤੇ ਇਹ ਗੱਲ ਠੀਕ ਆ ਕਿ ਜੇ ਸਰਕਾਰ ਨੇ ਕਿਸੇ ਨੇ ਕੋਈ ਖਾਤੇ ਚੈੱਕ ਕਰਨੇ ਆ, ਸਾਰਾ ਕੁਝ ਆਨਲਾਈਨ ਆ, ਬੈਂਕਾਂ ਦੇ ਵਿੱਚ ਆ, ਤੇ ਅੱਜ ਕੱਲ੍ਹ ਤਾਂ ਟੈਲੀਫੋਨ ਵੀ ਸਾਰੇ ਟੇਪ ਹੁੰਦੇ ਆ। ਮੈਨੂੰ ਲੱਗਦਾ ਕੋਈ ਵੀ ਬੰਦਾ ਸ਼ਾਇਦ ਜਿਹੜਾ ਸਾਡੇ ਵਰਗਾ ਮਾੜਾ ਮੋਟਾ ਤੁਰਦਾ ਫਿਰਦਾ, ਉਹਦਾ ਕੋਈ ਇਹੋ ਜਿਹੀ ਸੀਕ੍ਰੇਸੀ ਅੱਜ ਦੀ ਤਰੀਕ ਤਾਂ ਦਿਖਾਈ ਹੈ ਹੀ ਨਹੀਂ ਦੇ। ਸੋ ਇਹ ਇੱਕ ਭੈ ਪੈਦਾ ਕਰਨ ਦਾ ਜਿਹੜਾ ਸ਼ੜਯੰਤਰ ਆ, ਪਿਛਲੇ ਸਮੇਂ 'ਚ ਜਿਹੜੀ ਸਾਡੀ ਇੱਥੋਂ ਦੀ ਜਿਹੜੀ ਆਮ ਆਦਮੀ ਦੀ ਸਰਕਾਰ ਨੇ ਸਿੱਖਾਂ ਦੇ ਵਿੱਚ ਅੰਮ੍ਰਿਤਪਾਲ ਦੇ ਮਾਮਲੇ 'ਚ ਭੈ ਪੈਦਾ ਕੀਤਾ। ਇਹ ਵੀ ਇਸ ਤਰ੍ਹਾਂ ਹੀ ਆ ਕਿ ਇਹ ਬਾਹਰਲੇ ਮੁਲਕ ਦੇ ਵਿੱਚ ਜੇ ਕੋਈ ਪ੍ਰਦਰਸ਼ਨ ਕੀਤਾ ਵਾ ਤੇ ਉਹਨਾਂ ਲਈ ਭੈ ਪੈਦਾ ਕੀਤਾ ਗਿਆ, ਐਨਆਈਏ ਦੀ ਰੇਡ ਕੀਤੀ ਗਈ, ਖਾਲਸਾ ਏਡ ਦੇ ਵਿੱਚ ਰੇਡ ਕੀਤੀ ਗਈ। ਇਹ ਚੀਜ਼ਾਂ ਜਿਹੜੀਆਂ ਵਾ ਇਹ ਚੰਗੀਆਂ ਨਹੀਂ ਆ, ਜਦੋਂ ਕਿ ਖਾਲਸਾ ਏਡ ਜਿਹੜਾ ਕੁਛ ਕਰਦੀ ਆ ਉਹ ਦੁਨੀਆ ਦੇ ਸਾਰਿਆਂ ਦੇ ਸਾਹਮਣੇ ਆ, ਲੋਕ ਭਲਾਈ ਦਾ ਕਾਰਜ ਕਰਦੀ ਆ ਤੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਤੇ ਵਿਸ਼ਵਾਸ ਕਰਦੇ ਆ ਕਿ ਉਹ ਜੇ ਹੋਰ ਵੀ ਬਹੁਤ ਸੰਸਥਾਵਾਂ ਨੇ ਕੱਲੀ ਜੋ ਮੈਂ ਪਹਿਲਾਂ ਜ਼ਿਕਰ ਕਰ ਰਹੀ ਸੀ, ਜਗਤਾਰ ਸਿੰਘ ਸੰਘੇੜਾ ਵੀ ਜੋ ਗੱਲ ਕਰ ਰਹੇ ਸੀ ਕਿ ਹੋ ਸਕਦਾ ਹੈ ਕਿ ਕੋਈ ਐਸਾ ਕਨੈਕਸ਼ਨ ਹੋਵੇ, ਹੋ ਸਕਦਾ ਹੈ ਨਾ ਹੋਵੇ, ਲੇਕਿਨ ਜਿਸ ਤਰੀਕੇ ਨਾਲ ਰੇਡ ਕੀਤੀ ਗਈ ਹੈ, ਅਤਵਾਦੀਆਂ ਤੇ ਛਾਪੇ ਮਾਰੇ ਗਏ, ਅਤਵਾਦੀਆਂ ਦੇ ਨਾਲ ਕਨੈਕਸ਼ਨਸ ਤੇ ਛਾਪੇ ਮਾਰੇ ਗਏ ਤੇ ਵਿੱਚ ਖਾਲਸਾ ਏਡ ਤੇ ਛਾਪਾ ਮਾਰਿਆ ਗਿਆ, ਤੇ ਉਹ ਇੰਪ੍ਰੈਸ਼ਨ ਇਹ ਜਾਂਦਾ ਹੈ ਕਿ ਕੁਝ ਨਾ ਕੁਝ ਗੜਬੜ ਹੈ ਤੇ ਲੋਕ ਉਸ ਸੰਸਥਾ ਦੇ ਨਾਲ ਜੁੜਨ ਤੋਂ ਵੀ ਅੱਗੇ ਤੋਂ ਡਰਨਗੇ। ਮੈਂ ਤਾਂ ਪਹਿਲਾਂ ਕਿਹਾ ਜੀ, ਮੈਂ ਕਿਹਾ ਇੱਕ ਭੈ ਪੈਦਾ ਕੀਤਾ ਜਾ ਰਿਹਾ। ਮੈਂ ਪਹਿਲਾਂ ਵੀ ਜਿਵੇਂ ਪੰਜਾਬ ਦੀ ਸਰਕਾਰ ਨੇ ਅੰਮ੍ਰਿਤਪਾਲ ਵੇਲੇ ਭੈ ਪੈਦਾ ਕੀਤਾ ਸੀ, ਬੇਲੋੜਾ ਭੈ ਪੈਦਾ ਕੀਤਾ ਸੀ, ਫੜ ਕੇ ਅੰਦਰ ਕਰਦੇ, ਡਰਾਵਾ ਦੋ, ਇਹ ਵੀ ਕੇਂਦਰ ਦੀ ਸਰਕਾਰ ਵੀ ਕਰ ਰਹੀ ਹੈ। ਹੁਣ ਦੇਖੋ ਪੰਜਾਬ ਦੇ ਵਿੱਚ ਕਿੰਨੇ ਅੱਧੇ ਪੰਜਾਬ 'ਚ ਛਾਪੇ ਪਏ ਤੇ ਉਹ ਲੋਕ ਜਿਹੜਾ ਕੋਈ ਵਿਚਾਰਾ ਉੱਥੇ ਚਲਿਆ ਹੀ ਗਿਆ ਹੋਏਗਾ। ਮੈਂ ਕਲੀਅਰ ਕੱਟ ਇਹ ਗੱਲ ਕਹਿਣਾ ਚਾਹੁੰਦਾ, ਮੈਨੂੰ ਕੋਈ ਸੰਗਤ ਇਸ ਗੱਲ ਦੀ ਗੁਰੇਜ਼ ਨਹੀਂ ਹੈਗੀ ਕਿ ਬੇਲੋੜਾ ਸਾਨੂੰ ਹਿੰਸਕ ਹੋਣਾ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਸਾਨੂੰ ਨਹੀਂ ਹੋਣਾ ਚਾਹੀਦਾ। ਭਾਵੇਂ ਕਿ ਕੋਈ ਸ਼ਰਾਰਤੀ ਲੋਕ ਇਹ ਸਾਰਾ ਕੁਝ ਕਰਵਾ ਰਹੇ ਨੇ, ਉਹ ਸਿਰਫ ਤੇ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਲਈ ਕੁਝ ਲੋਕ ਜਿਹੜੇ ਆ, ਜੇ ਉਹਨਾਂ ਨੇ ਉਹ ਜਿਹੜਾ ਕੌਂਸਲੇਟ ਆ ਉਹਦੇ ਤੇ ਭੰਨ ਤੋੜ ਕੀਤੀ ਆ ਜਾਂ ਕੁਝ ਵੀ ਕੀਤਾ ਜਾਂ ਹੱਥੋਂ ਪਾਈ ਕੀਤੀ ਆ, ਅਸੀਂ ਉਸ ਦੇ ਹਮਾਇਤ 'ਚ ਨਹੀਂ ਆਏ। ਕੋਈ ਇਸ ਗੱਲ ਨਾਲ ਪ੍ਰਾਪਤੀ ਕੋਈ ਨਹੀਂ ਗਈ, ਪਰ ਉਹਦੇ ਨਾਲ ਕੀ ਆ ਵੀ ਸਿੱਖ ਬਦਨਾਮ ਹੁੰਦੇ ਨੇ ਤੇ ਸਿੱਖਾਂ ਦੇ ਅੰਦਰ ਜਿਹੜੀ ਸਰਕਾਰ ਆ ਉਹਨੂੰ ਬਹਾਨਾ ਮਿਲਦਾ, ਉਹ ਭੈ ਪੈਦਾ ਕਰਦੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਵੈਸੇ ਗਲਤ ਨਹੀਂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਜਿਹੜੇ ਲੋਕ ਜਿਹੜੀਆਂ ਸੰਸਥਾਵਾਂ ਲੋਕ ਭਲਾਈ ਦੇ ਕੰਮ ਕਰਦੀਆਂ ਨੇ, ਹੁਣ ਤੁਸੀਂ ਦੇਖੋ
ਕਿ ਪੰਜਾਬ ਦੇ ਅੰਦਰ ਹੜ੍ਹ ਦੇ ਮਾਹੌਲ ਬਣੇ। ਹੜ੍ਹ ਦੇ ਵਿੱਚ ਕੌਣ ਦਿਖਾਈ ਦਿੱਤਾ? ਸਿਰਫ ਸ਼੍ਰੋਮਣੀ ਕਮੇਟੀ ਦਿਖਾਈ ਦਿੱਤੀ ਜਾਂ ਹੋਰ ਕੋਈ ਇਸ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦਿਖਾਈ ਦਿੱਤੀਆਂ। ਸਰਕਾਰਾਂ ਨਹੀਂ ਹੈਗੀਆਂ ਤੇ ਸਰਕਾਰਾਂ ਤੋਂ ਇਹ ਕੰਮ ਨਹੀਂ ਹੁੰਦੇ ਗਏ ਜਿੰਨੀ ਦੇਰ ਤੱਕ ਇਹ ਜਿਹੜੀਆਂ ਸੰਸਥਾਵਾਂ ਜਿਹੜੀਆਂ ਉਹ ਸਹਿਯੋਗ ਨਹੀਂ ਕਰ ਰਹੀਆਂ। ਹੁਣ ਤੁਸੀਂ ਆਪ ਦੇਖੋ ਕਿ ਕਰੋਨਾ ਦੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੱਥ ਖੜੇ ਹੋ ਗਏ ਤੇ ਸ਼੍ਰੋਮਣੀ ਕਮੇਟੀ ਨੇ ਉੱਥੇ ਹਸਪਤਾਲ ਵੀ ਖੋਲੇ, ਉੱਥੇ ਆਕਸੀਜਨ ਦੀ ਕਹਿੰਦੇ ਹੁੰਦੇ ਆ ਸਹੂਲਤ ਵੀ ਦਿੱਤੀ, ਹਰ ਚੀਜ਼ ਦਾ, ਲੰਗਰ ਦਾ, ਪਾਣੀ ਦਾ, ਸਭ ਕੁਝ ਕੀਤਾ। ਸੋ ਸਰਕਾਰਾਂ ਨੂੰ ਇਹ ਚਾਹੀਦਾ ਕਿ ਐਸੀਆਂ ਸੰਸਥਾਵਾਂ ਜਿਹੜੀਆਂ ਕਿ ਲੋਕ ਭਲਾਈ ਦਾ ਕੰਮ ਕਰਦੀਆਂ, ਇਹ ਸਰਕਾਰਾਂ ਦੀ ਮਦਦ ਕਰਦੀਆਂ ਨੇ। ਇਹਨੂੰ ਦੂਜੇ ਹੱਥ ਨਾਲ ਦੇਖਿਆ ਜਾਵੇ, ਸਰਕਾਰ ਦੀ ਮਦਦ ਹੈ ਕਿ ਜੇ ਲੋਕ ਜਿਹੜੇ ਆ ਉਹਨਾਂ 'ਚ ਪੈਨਿਕ ਕ੍ਰੀਏਟ ਨਾ ਹੋਵੇ, ਉਹਨਾਂ ਨੂੰ ਜ਼ਰੂਰਤ ਮੁਤਾਬਕ ਜਿਹੜੀ ਕੋਈ ਚੀਜ਼ ਮਿਲ ਜੇ। ਹੁਣ ਜਿਹੜਾ ਕੁਝ ਇਹ ਸੰਸਥਾਵਾਂ ਲੋਕਾਂ ਦੇ ਹੜ੍ਹ ਪੀੜਤਾਂ ਵਿੱਚ ਪਹੁੰਚਾ ਰਹੀਆਂ, ਸਰਕਾਰ ਤੋਂ ਨਹੀਂ ਪਹੁੰਚਾਈਆਂ ਗਈਆਂ। ਹੁਣ ਇਹਦਾ ਮਤਲਬ ਇਹ ਨਹੀਂ ਨਾ ਕਿ ਜੇ ਸਰਕਾਰ ਨਹੀਂ ਪਹੁੰਚਾ ਸਕੀ ਤੇ ਸਰਕਾਰ ਉਹਨਾਂ ਦਾ ਕੰਮ ਬੰਦ ਕਰ ਦੇਵੇ। ਲੋਕਾਂ ਦੀ ਸੇਵਾ ਤਾਂ ਇੱਕ ਭਾਵਨਾ ਵਾ, ਗੁਰੂ ਦਾ ਦਿੱਤਾ ਸਿਧਾਂਤ ਹੈ। ਹੁਣ ਜਿਵੇਂ ਸ਼੍ਰੋਮਣੀ ਕਮੇਟੀ ਗੁਰੂ ਦੇ ਦਿੱਤੇ ਸਿਧਾਂਤ ਤੇ ਸੇਵਾ ਕਰਦੀ ਆ, ਸ਼੍ਰੋਮਣੀ ਕਮੇਟੀ ਨੇ ਕਿਹੜਾ ਇਸ ਗੱਲ 'ਚ ਕੋਈ ਮੁਆਵਜ਼ਾ ਲੈਣਾ ਜਾਂ ਕੋਈ ਚੰਦਾ ਕ੍ਰੀਏਟ ਕਰਨਾ ਜਾਂ ਕੋਈ ਵਰਲਡ ਲੈਵਲ ਤੇ ਉਹਨਾਂ ਨੂੰ ਕੋਈ ਕਿਸੇ ਸੰਸਥਾਵਾਂ ਨੇ ਪੈਸੇ ਦੇਣੇ ਆ। ਇਹ ਤਾਂ ਸਿਰਫ ਜਿਹੜੀ ਸੰਗਤ ਦਾ ਪੈਸਾ ਵਾ, ਜਿਹੜਾ ਦਸਵੰਧ ਆ, ਉਹਦੇ ਨਾਲ ਲੋਕਾਂ ਦੀ ਸੇਵਾ ਕਰਨਾ ਗੁਰੂ ਨੇ ਸਾਨੂੰ ਬਖਸ਼ਿਆ। ਜੀ ਗਰੇਵਾਲ ਜੀ, ਅਕਸਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਹੁਣ ਹੜ੍ਹ ਪੀੜਤਾਂ ਦਾ ਮਸਲਾ ਸੀ ਜਾਂ ਉਸ ਤੋਂ ਪਹਿਲਾਂ ਵੀ ਕੇਰਲਾ ਦੇ ਵਿੱਚ ਅਜਿਹੀ ਸਥਿਤੀ ਬਣੀ ਆ ਵੱਖ-ਵੱਖ ਸਮਿਆਂ ਦੇ ਉੱਤੇ। ਕੋਵਿਡ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਕਰਦੀ ਹੈ, ਖਾਲਸਾ ਏਡ ਦੇ ਵੱਲੋਂ ਅਕਸਰ ਜਿਹੜੇ ਪੋਸਟਰਸ ਜਾਰੀ ਕੀਤੇ ਜਾਂਦੇ ਨੇ ਮਦਦ ਦੇ ਲਈ, ਲੋਕਾਂ ਦੇ ਲਈ ਅਪੀਲ ਕੀਤੀ ਜਾਂਦੀ ਹੈ, ਉਸ ਦੇ ਵਿੱਚੋਂ ਵੱਖ-ਵੱਖ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਉਸ ਦੇ ਲਈ ਉਹ ਪੋਸਟਰ ਜਾਰੀ ਕਰਦੇ ਨੇ, ਇਸ ਦੇ ਲਈ ਨਹੀਂ ਜਾਰੀ ਕਰਦੇ ਕਿ ਉਹਨਾਂ ਨੂੰ ਕੋਈ ਪੈਸਾ ਭੇਜਿਆ ਜਾਵੇ। ਨਹੀਂ, ਚਲੋ ਪੈਸਾ ਵੀ ਆਉਂਦਾ ਵਾ, ਪੈਸੇ ਤੋਂ ਬਗੈਰ ਤੋਂ ਨਹੀਂ ਹੋ ਸਕਦਾ, ਪਰ ਫਿਰ ਵੀ ਲੋਕ ਵਿਸ਼ਵਾਸ ਕਰਦੇ ਆ ਕਿ ਇਹ ਲੋਕ ਜਿਹੜੇ ਆ, ਜਿਹੜੀ ਸਾਡੀ ਸਹਾਇਤਾ ਵਾ ਉਹਨੂੰ ਅੱਗੇ ਪਹੁੰਚਾਉਣ ਦੇ ਵਿੱਚ ਇੱਕ ਸਿਸਟਮ ਆ ਇਹਨਾਂ ਕੋਲੇ, ਲੋਕ ਵਿਸ਼ਵਾਸ ਕਰਦੇ ਆ। ਹੁਣ ਜਿੱਥੇ ਰੇਡ ਕੀਤੀ ਗਈ ਆ ਉਹ ਇੱਕ ਗੋਦਾਮ ਸੀਗਾ, ਜਿਸ ਗੋਦਾਮ ਦੇ ਵਿੱਚ ਪੈਕਿੰਗ ਹੋ ਰਹੀ ਆ ਜਾਂ ਹੋਰ ਕੀਤਾ ਜਾ ਰਿਹਾ। ਸੋ ਅਸੀਂ ਤਾਂ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦਾ ਬੇਲੋੜਾ ਭੈ ਨਾ ਪੈਦਾ ਕੀਤਾ ਜਾਵੇ। ਤੇ ਮੈਂ ਇਸ ਗੱਲ 'ਚ ਕਹਿਣ 'ਚ ਗੁਰੇਜ਼ ਨਹੀਂ ਕਰਦਾ ਕਿ ਇਹ ਟਾਰਗੇਟ ਉਹ ਲੋਕ ਹੋ ਰਹੇ ਨੇ ਜਿਹੜੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਆ, ਜਿਹੜੀ ਆ ਲੋਕ ਸੇਵਾ, ਮਾਨਵਤਾ ਦੀ ਸੇਵਾ ਕਰ ਰਹੇ ਨੇ। ਸਰਕਾਰਾਂ ਨੂੰ ਇਸ ਗੱਲ ਤੋਂ ਬਾਜ਼ ਆਉਣਾ ਚਾਹੀਦਾ। ਇਹ ਗੱਲਾਂ ਨਾਲ ਕੋਈ ਭਲਾ ਹੋਣ ਵਾਲਾ ਨਹੀਂ ਹੈ ਦੇਸ਼ ਦਾ। ਜੀ ਸ਼ੁਕਰੀਆ ਗਰੇਵਾਲ ਜੀ ਜੁੜਨ ਦੇ ਲਈ। ਤਾਂ ਗੁਰਚਰਨ ਸਿੰਘ ਗਰੇਵਾਲ SGPC ਦੇ ਜਨਰਲ ਸਕੱਤਰ ਨੇ ਆਪਣੀ ਗੱਲ ਰੱਖੀ ਹੈ ਕਿ ਅਜਿਹੀਆਂ ਚੀਜ਼ਾਂ ਨਹੀਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ, ਇਸ ਤਰੀਕੇ ਦੀਆਂ ਰੇਡਸ ਖਾਸ ਕਰਕੇ ਅਜਿਹੀਆਂ ਸੰਸਥਾਵਾਂ ਜੋ ਲੋਕ ਭਲਾਈ ਦੇ ਕੰਮ ਕਰ ਰਹੀਆਂ ਨੇ, ਜੋ ਨਜ਼ਰ ਵੀ ਆ ਰਿਹਾ ਹੈ ਵੱਖ-ਵੱਖ ਸਮੇਂ ਦੇ ਉੱਤੇ, ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਜਿੱਥੇ ਸਰਕਾਰ ਦੀਆਂ ਟੀਮਾਂ ਨਹੀਂ ਪਹੁੰਚਦੀਆਂ ਉੱਥੇ ਵੀ ਇਹ ਲੋਕ ਪਹੁੰਚਦੇ ਨੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਰਵੀ ਸਿੰਘ ਜੋ ਖਾਲਸਾ ਏਡ ਦੇ ਫਾਊਂਡਰ ਨੇ, ਉਹਨਾਂ ਦਾ ਟਵਿੱਟਰ ਅਕਾਊਂਟ ਅਜੇ ਵੀ ਇੰਡੀਆ ਦੇ ਵਿੱਚ ਵਿਦਹੈਲਡ ਹੈ। ਉਹਨਾਂ ਦਾ ਟਵਿੱਟਰ ਅਕਾਊਂਟ ਅਜੇ ਵੀ ਭਾਰਤ ਦੇ ਵਿੱਚ ਸ਼ੋ ਨਹੀਂ ਹੁੰਦਾ, ਕਿਸਾਨ ਅੰਦੋਲਨ ਵੇਲੇ ਬੈਨ ਕੀਤਾ ਗਿਆ ਸੀ। ਹੁਣ ਖਾਲਸਾ ਏਡ ਦੇ ਟਿਕਾਣਿਆਂ ਦੇ ਉੱਤੇ, ਗੋਦਾਮਾਂ ਦੇ ਉੱਤੇ ਰੇਡ ਕੀਤੀ ਗਈ ਹੈ।